ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਨ ਤਜ ਬਿਸ਼ੀਅਨ ਬਾਸ਼ਨਾ, ਭਰਮਿਓ ਜਨਮ ਅਨੇਕ। ਅਬ ਸਤਿਗੁਰ ਕੀ ਸ਼ਰਨ ਗਹੋ, ਪਾਵਹਿ ਅਨੰਦ ਵਿਵੇਕ। ਮਨ ਤਜ ਬਿਸ਼ੀਅਨ ਬਾਸਨਾ, ਭਰਮਿਓ ਜਨਮ ਅਨੇਕ। ਅਬ ਸਤਿਗੁਰ ਕੀ ਸ਼ਰਨ ਗਹੋ, ਪਾਵਹਿ ਅਨੰਦ ਵਿਵੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਸ਼ਬਦ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ।
ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦਿਆਂ ਤਾਰਦਿਆਂ ਸਤਿਗੁਰੂ ਮਹਾਰਾਜ ਅਫਗਾਨਿਸਤਾਨ ਦਾ ਜੋ ਇਲਾਕਾ ਵੱਜਦਾ, ਉੱਥੇ ਮਹਾਰਾਜ ਜੀ ਨੇ ਧਰਮ ਪ੍ਰਚਾਰ ਕਰਨਾ ਕੀਤਾ। ਬੇਅੰਤ ਜੀਆਂ ਦਾ ਸਤਿਗੁਰੂ ਮਹਾਰਾਜ ਜੀ ਨੇ ਉਧਾਰ ਕਰਨਾ ਕੀਤਾ। ਉਸ ਵੇਲੇ ਇੱਕ ਨਗਰ ਦੇ ਬਾਰ-ਬਾਰ ਸਤਿਗੁਰੂ ਮਹਾਰਾਜ ਬੈਠ ਗਏ ਤੇ ਇੱਕ ਮਨੁੱਖ ਨੇ ਕਿਹਾ, ਮਹਾਰਾਜ ਕਿਉਂ ਬੈਠੇ ਹੋ? ਮਹਾਰਾਜ ਜੀ ਨੇ ਕਿਹਾ, ਮਾਨ ਚੰਦ ਜਿਹੜਾ ਇਹ ਨਗਰ ਦੇ ਵਿੱਚ ਰਹਿਣ ਵਾਲਾ, ਉਹਨੂੰ ਮਿਲਣਾ ਹੈ ਭਾਈ, ਅਸੀਂ ਨਗਰ ਦੇ ਵਿੱਚ ਜਾਣਾ ਨਹੀਂ ਹੈ। ਉਹਨੇ ਜਾ ਕਰਕੇ ਮਾਨ ਚੰਦ ਨੂੰ ਕਹਿ ਦਿੱਤਾ। ਮਾਨ ਚੰਦ ਜੋ ਖੱਤਰੀ ਹੈ, ਆਪ ਉਹ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆਇਆ ਤੇ ਉਹਨੇ ਆਪਣੀ ਮਨ ਦੀ ਜੋ ਜਿਗਿਆਸਾ ਜਿਹੜੀ ਹੈ ਉਹਨੂੰ ਪ੍ਰਗਟ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਤੇ ਇਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਰਸਨਾ ਤੋਂ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ ਕਿ ਆਪੇ ਜਾਣੇ ਕਰੇ ਆਪ ਜਿਨ, ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ। ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ, ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਸ਼ਬਦ ਨੂੰ ਉਚਾਰਨ ਕਰਨਾ ਕੀਤਾ, ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਉਥੋਂ ਦੀਆਂ ਸੰਗਤਾਂ ਦਾ ਮਾਨ ਚੰਦ ਦਾ ਉਧਾਰ ਕਰਨਾ ਕੀਤਾ ਤੇ ਨਾਲ ਉਹਨਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਹ ਜੋ ਇਤਿਹਾਸ ਹੈ ਆਪ ਜੀਆਂ ਨੇ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਅਗਲੀ ਕਥਾ, ਅਗਲਾ ਅਧਿਆਏ ਜੋ ਹੈ 37ਵਾਂ ਅਧਿਆਏ, ਉਹਦੀ ਆਰੰਭਤਾ ਹੋ ਰਹੀ ਹੈ। ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਕਥਾ ਦੇ ਨਾਲ ਆਪਾਂ ਜੁੜਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਨ ਤਜ ਵਿਸ਼ਿਅਨ ਬਾਸਨਾ, ਭਰਮਿਓ ਜਨਮ ਅਨੇਕ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਰਿਆਦਾ ਮੁਤਾਬਕ ਅਗਲਾ ਜੋ ਪਿਆਰਿਓ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ, ਉਹਦੀ ਆਰੰਭਤਾ ਤੋਂ ਪਹਿਲਾਂ ਕਵੀ ਰਾਜ ਜੀ ਨੇ ਮੰਗਲ ਕਰਨਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦਾ ਜੋ ਸੁਖ ਪ੍ਰਾਪਤ ਹੁੰਦਾ, ਉਹ ਭਾਵ ਨੂੰ ਲੈ ਕਰਕੇ ਮੰਗਲਾ ਚਰਨ ਜਿਹੜਾ ਹੈ ਉਹਦਾ ਕਵੀ ਰਾਜ ਜੀ ਨੇ ਉਚਾਰਨ ਕੀਤਾ ਹੈ। ਕਵੀ ਰਾਜ ਜੀ ਬਚਨ ਕਰਦੇ ਹਨ, ਆਪਣੇ ਮਨ ਨੂੰ ਸੰਬੋਧਨ ਕਰਦੇ, ਕਿਉਂਕਿ ਜੋ ਉੱਤਮ ਵਕਤੇ ਹੁੰਦੇ ਹਨ, ਬੇਸ਼ੱਕ ਪਿਆਰਿਓ ਸਿੱਖਿਆ ਦੂਜੇ ਨੂੰ ਦਿੱਤੀ ਜਾਂਦੀ ਹੈ, ਲੇਕਿਨ ਕਈ ਵਾਰੀ ਆਪਾਂ ਦੂਜਿਆਂ ਨੂੰ ਜਦੋਂ ਸਿੱਖਿਆ ਦਿੰਦੇ ਹਾਂ ਸਿੱਧਾ ਉਹਨੂੰ ਬਚਨ ਕਰੋ, ਉਹਨੂੰ ਉਪਦੇਸ਼ ਦਿਓ। ਕਈ ਵਾਰੀ ਅਗਲਾ ਬੁਰਾ ਮਨਾ ਲੈਂਦਾ, ਉਹਨੂੰ ਲੱਗਦਾ ਕਿ ਭਾਈ ਤੁਸੀਂ ਮੈਨੂੰ ਸਮਝਾਉਣਾ ਹੁੰਦਾ, ਲੇਕਿਨ ਗੱਲ ਜਿਹੜੀ ਹੈ ਆਪਣੇ ਉੱਤੇ ਟਿਕਾ ਕਰਕੇ, ਆਪਣੇ ਉੱਤੇ ਗੱਲ ਨੂੰ ਢਾਲ ਕਰਕੇ ਦੂਜੇ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਗੁਰਬਾਣੀ ਨੂੰ ਵੀ ਪਿਆਰਿਓ ਜਦੋਂ ਆਪਾਂ ਪੜ੍ਹਦੇ ਹਾਂ,
ਬਹੁਤ ਸਾਰੇ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਮੇਰੇ ਮਨ ਰੇ ਮਨ ਹੋ ਗਿਆ ਜਨ ਨਾਨਕ। ਇਸ ਤਰ੍ਹਾਂ ਕਈ ਸ਼ਬਦਾਂ ਦੇ ਨਾਲ ਮਹਾਰਾਜ ਜੀ ਨੇ ਉਪਦੇਸ਼ ਤਾਂ ਪਿਆਰਿਓ ਸਾਨੂੰ ਦਿੱਤਾ ਹੈ, ਲੇਕਿਨ ਆਪਣੇ ਉੱਤੇ ਢੁਕਾ ਕਰਕੇ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ। ਕਵੀ ਰਾਜ ਜੀ ਉੱਤਮ ਵਕਤਿਆਂ ਦੇ ਮਰਿਆਦਾ ਦੇ ਵਿੱਚ ਆ ਕਰਕੇ ਕਹਿੰਦੇ ਹਨ, ਆਪਣੇ ਮਨ ਨੂੰ ਸੰਬੋਧਨ ਕਰਦੇ ਕਿ ਮੇਰਿਆ ਮਨਾ ਤੂੰ ਆ ਜੋ ਵਿਸ਼ਿਆਂ ਦੀ ਜੋ ਵਾਸ਼ਨਾ ਹੈ, 5 ਜੋ ਵਿਸ਼ੇ ਹਨ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਇਹ 5 ਵਿਸ਼ਿਆਂ ਦੀ ਜੋ ਵਾਸ਼ਨਾ ਹੈ ਇਹਦਾ ਤੂੰ ਤਿਆਗ ਕਰਨਾ ਕਰ। ਭਰਮਿਓ ਜਨਮ ਅਨੇਕ, ਇਹ ਵਿਸ਼ਿਆਂ ਦੇ ਵਾਸਤੇ ਹੀ ਦੇਖ ਤੇਰਾ ਕਈ ਵਾਰੀ ਆਉਣਾ ਹੋਇਆ, ਕਈ ਵਾਰੀ ਵਿਸ਼ੇ ਭੋਗਣ ਦੇ ਵਾਸਤੇ ਤੂੰ ਮਰ ਕਰਕੇ ਚੱਲ ਗਿਆ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ ਗੁਰਬਾਣੀ ਦੇ ਵਿੱਚ ਕਿ ਵਾਸਨਾ ਬੱਧਾ ਆਵੇ ਜਾਈ। ਜੀਵ ਜਿਹੜੇ ਹਨ ਪਿਆਰਿਓ ਸਾਡੇ ਵਰਗੇ ਜੋ ਵਾਸ਼ਨਾ ਦੇ ਵਿੱਚ ਲੱਗੇ ਹੋਏ, ਵਾਸ਼ਨਾ ਦੇ ਵਿੱਚ ਬੱਝੇ ਹੋ ਕਰਕੇ ਉਹ ਸੰਸਾਰ ਦੇ ਵਿੱਚ ਆਉਂਦੇ ਤੇ ਮਰ ਕਰਕੇ ਜਾਂਦੇ ਹਨ। ਜਿਨ੍ਹਾਂ ਦੀ ਵਾਸ਼ਨਾ ਮੁੱਕ ਗਈ ਹੈ, ਜਿਨ੍ਹਾਂ ਦੀ ਵਾਸ਼ਨਾ ਖਤਮ ਹੋ ਗਈ, ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਕਿ ਬਹੁਰ ਹਮ ਕਾਹੇ ਆਵਹਿੰਗੇ, ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੂਝ ਸਮਾਵਹਿੰਗੇ, ਕਿ ਭਾਈ ਸਾਡਾ ਫਿਰ ਕਿਉਂ ਆਉਣਾ ਹੋਵੇਗਾ, ਕਿਉਂਕਿ ਵਾਸ਼ਨਾ ਖਤਮ ਹੋ ਗਈ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਕਰਨਾ ਕੀਤਾ ਕਿਹਾ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇੱਥੇ ਕਵੀ ਰਾਜ ਜੀ ਨੇ ਜੋ ਬਚਨ ਕੀਤਾ ਨਾ, ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕਿਹਾ, ਇਸ ਤਰ੍ਹਾਂ ਹੀ ਭਾਈ ਤੂੰ ਕਈ ਵਿਸ਼ੇ ਵਾਸਨਾ ਨੂੰ ਭੋਗ ਕਰਕੇ ਉਹਨਾਂ ਦੇ ਵਿੱਚ ਫਿਰ ਕਰਕੇ ਕਈ ਜਨਮਾਂ ਦੇ ਵਿੱਚ ਵਾਸ਼ਨਾ ਨੂੰ ਭੋਗ ਕਰਕੇ ਭਟਕ ਕਰਕੇ ਪਰਿਆ ਤਉ ਸ਼ਰਨਾਏ। ਸਤਿਗੁਰੂ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਪਿਆ ਹਾਂ। ਨਾਨਕ ਕੀ ਪ੍ਰਭ ਬੇਨਤੀ, ਮੈਂ ਆਪ ਜੀ ਨੂੰ ਬੇਨਤੀ ਕਰਦਾ ਆਪਣੀ ਭਗਤੀ ਲਾਏ, ਆਪਣੀ ਭਗਤੀ ਆਪ ਜੀ ਮੈਨੂੰ ਲਾ ਦਿਓ, ਭਗਤੀ ਦੇ ਨਾਲ ਜੋੜ ਲਿਓ। ਆਬ ਸਤਿਗੁਰ ਕੀ ਸ਼ਰਨ ਗਹੋ ਪਾਵਹਿ ਆਨੰਦ ਵਿਵੇਕ। ਇਸ ਕਰਕੇ ਕਵੀ ਰਾਜ ਜੀ ਆਪਣੇ ਮਨ ਨੂੰ ਆਪ ਸੰਬੋਧਨ ਕਰਦੇ ਕਿ ਅਵੇੜਿਆ ਮਨਾ, ਐਵੇਂ ਵਿਸ਼ੇ ਵਿਕਾਰਾਂ ਦੇ ਵਿੱਚ ਕਿਉਂ ਭਟਕ ਰਿਹਾ ਹੈ। ਹੁਣ ਤੂੰ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਣਾ ਕਰ, ਜਿਹਦੇ ਨਾਲ ਤੈਨੂੰ ਵਿਵੇਕ ਦੀ ਪ੍ਰਾਪਤੀ ਹੋਵੇਗੀ। ਵਿਵੇਕ ਦਾ ਭਾਵ ਹੈ ਬਿਬ ਏਕ, 2 ਤੋਂ 1 ਹੋ ਜਾਣਾ। ਹੁਣ ਆਪਾਂ ਪਿਆਰਿਓ ਦ્વੈਤ ਦੀ ਅਵਸਥਾ ਦੇ ਵਿੱਚ ਹਾਂ, ਬਿਬ ਦੀ ਅਵਸਥਾ ਦੇ ਵਿੱਚ ਹਾਂ। ਜੇ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਤੇ 2 ਤੋਂ ਆਪਾਂ 1 ਬਣ ਜਾਂਦੇ ਹਾਂ। ਜਦੋਂ 1 ਦੇ ਨਾਲ ਜੁੜ ਜਾਂਦੇ ਤੇ ਉਹ ਵਿਵੇਕ ਦੀ ਅਵਸਥਾ ਹੁੰਦੀ ਹੈ ਤੇ ਇਹੀ ਆਨੰਦ ਦੀ ਅਵਸਥਾ, ਆਨੰਦ ਦੀ ਪ੍ਰਾਪਤੀ ਇਸ ਕਰਕੇ ਹੁੰਦੀ। ਸ੍ਰੀ ਬਾਲਾ ਸੰਧੁਰਵਾਚ ਚੌਪਈ। ਅਗਲੀ ਕਥਾ ਭਾਈ ਬਾਲਾ ਜੀ ਜੋ ਸੰਧੂ ਹਨ ਉਹ ਉਚਾਰਨ ਕਰਦੇ। ਸ੍ਰੀ ਅੰਗਦ ਸੁਨ ਪਰਮ ਪਵਿੱਤਰਾ। ਬਚਨ ਕਰਦੇ ਇਹ ਕਥਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਉਚਾਰਨ ਕਰਨਾ ਕੀਤਾ, ਸਰਵਣ ਕਰਾਈ ਹੈ। ਤੇ ਬਚਨ ਕੀਤੋ ਨੇ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਜੋ ਪਰਮ ਪਵਿੱਤਰ ਜੋ ਸਤਿਗੁਰੂ ਮਹਾਰਾਜ ਜੀ ਦੀ ਕਥਾ ਉਹਨੂੰ ਆਪ ਜੀ ਸਰਵਣ ਕਰੋ। ਜਿਉ ਪੁਨ ਹੋਈ ਕਥਾ ਬਚਿਤਰਾ। ਅੱਗੇ ਇਹ ਵਿਚਿਤਰ ਕਥਾ ਜੋ ਹੈ ਮਹਾਰਾਜ ਜੀ ਦਾ ਵਿਚਿਤਰ ਨਾਟਕ ਜੋ ਮਹਾਰਾਜ ਜੀ ਨੇ ਕੀਤਾ ਨਾ, ਉਹ ਆਪ ਜੀ ਨੂੰ ਮੈਂ ਦੱਸਦਾ ਹਾਂ। ਤਹਿ ਤੇ ਜਬ ਕੀਨੋ ਪ੍ਰਸਥਾਨਾ। ਉਥੋਂ ਮਾਨਚੰਦ ਤੋਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਅੱਗੇ ਪ੍ਰਸਥਾਨ ਕੀਤਾ, ਅੱਗੇ ਗਮਨ ਕੀਤਾ, ਅਫਗਾਨਿਸਤਾਨ ਦਾ ਇਹ ਤੁਰਕਾਂ ਦਾ ਜੋ ਇਲਾਕਾ ਹੈ, ਮੁਸਲਮਾਨ ਬਹੁਤ ਬਾਹੁਲ ਉੱਥੇ ਰਹਿੰਦਾ ਹੈ। ਅੱਜ ਤਾਂ ਪਿਆਰਿਓ ਉੱਥੇ ਸਿਰਫ ਮੁਸਲਮਾਨ ਹੀ ਮੁਸਲਮਾਨ, ਇੱਕੋ ਜਾਤੀ ਦਾ ਜੋ ਹੈ ਉੱਥੇ ਦਬਦਬਾ ਹੈ। ਇਸੇ ਜ਼ਮਾਨੇ ਦੇ ਵਿੱਚ ਪਿਆਰਿਓ ਜੇ ਵੇਖਿਆ ਜਾਵੇ ਆਦਿ ਕਾਲ ਦੇ ਵਿੱਚ ਇੱਥੇ ਬਾਮਿਆਨ ਜੋ ਹੈ ਭਾਵ ਕਿ ਬੁੱਧ ਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਸੀ, ਬੁੱਧਾਂ ਦਾ ਬਹੁਤ ਵੱਡਾ ਇਹ ਗੜ ਸੀ। ਫਿਰ ਹੌਲੀ ਹੌਲੀ ਹਿੰਦੂ ਵੀ ਸਨ, ਗੁਰੂ ਕੇ ਸਿੱਖ ਵੀ ਉੱਥੇ ਰਹਿੰਦੇ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਆਪ ਜੀ ਇਹਨਾਂ ਇਲਾਕਿਆਂ ਦੇ ਵਿੱਚ ਜਾਓ। ਬੇਸ਼ੱਕ ਸਤਿਗੁਰੂ ਮਹਾਰਾਜ ਜੀ ਜਦੋਂ ਗਏ
ਉਥੇ ਬਹੁਤ ਸਾਰੇ ਅਸਥਾਨ ਕਾਇਮ ਸਨ, ਲੇਕਿਨ ਸਮੇਂ ਪਾ ਕਰਕੇ ਇਹ ਜੋ ਦੁਸ਼ਟ ਲੋਕ ਹਨ, ਤੁਜ਼ਬ ਦੇ ਨਾਲ ਭਰੇ ਹੋਏ ਲੋਕਾਂ ਨੇ ਉਹਨਾਂ ਅਸਥਾਨਾਂ ਨੂੰ ਢਹਿ ਢੇਰੀ ਕਰ ਦੇਣਾ ਕੀਤਾ। ਸਤਿਗੁਰੂ ਮਹਾਰਾਜ ਮੁਲਤਾਨ ਜੋ ਨਗਰ ਹੈ, ਮਹਾਰਾਜ ਜੀ ਨੇ ਮੁਲਤਾਨ ਦੇ ਵਿੱਚ ਪਹੁੰਚਣਾ ਕੀਤਾ। ਪੀਰ ਬ੍ਰਿੰਦ ਜਹ ਸ਼ਮਸ਼ ਸਮੇਤਾ, ਉਥੇ ਸ਼ਮਸ਼ ਤਬਰੇਜ਼ ਜੋ ਹੈ ਉਹਨਾਂ ਦਾ ਖਾਨਾ ਹੈ। ਸਤਿਗੁਰੂ ਮਹਾਰਾਜ ਬਹੁਤ ਵੱਡਾ ਪਿਆਰਿਓ ਪੀਰਾਂ ਦਾ ਗੜ੍ਹ ਹੈ। ਅੱਜ ਵੀ ਮੁਲਤਾਨ ਸ਼ਰੀਫ ਜਿਹੜਾ ਮੰਨਿਆ ਜਾਂਦਾ ਇਸਲਾਮੀ ਜਗਤ ਦੇ ਵਿੱਚ, ਉਥੇ ਖਾਨਾ ਉਥੋਂ ਦਾ ਵੀ ਵੱਖਰਾ ਸਿਲਸਿਲਾ ਚੱਲਦਾ। ਮਿਲਨ ਚਾਹਿਓ ਬੇਦੀ ਕੁਲ ਕੀਤਾ, ਸਤਿਗੁਰੂ ਮਹਾਰਾਜ ਜੀ ਦੇ ਮਨ ਵਿੱਚ ਆਇਆ, ਕਿਉਂਕਿ ਮਹਾਰਾਜ ਜੀ ਜਿੱਥੇ ਵੀ ਗਏ ਨਾ ਪਿਆਰਿਓ, ਮਹਾਰਾਜ ਜੀ ਨੇ ਉਹਨਾਂ ਲੋਕਾਂ ਦੇ ਨਾਲ ਸੰਵਾਦ ਕਰਨਾ ਕੀਤਾ, ਵਿਵਾਦ ਨਹੀਂ ਕੀਤਾ ਹੈ, ਵਾਦ ਵਿਟੰਡਾ ਖੜਾ ਨਹੀਂ ਕਰਨਾ ਕੀਤਾ। ਉਹਨਾਂ ਦੇ ਨਾਲ ਪ੍ਰੇਮ ਦੇ ਨਾਲ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵਹੁ ਜੋੜੀ, ਗੁਰਮੁਖ ਐਸੋ ਸਫਾ ਵਿਛਾਏ। ਇਹ ਮਹਾਰਾਜ ਜੀ ਨੇ ਸੰਵਾਦ ਕੀਤਾ ਹੈ, ਵਾਦ ਵਿਟੰਡਾ ਨਹੀਂ ਖੜਾ ਕਰਨਾ ਕੀਤਾ। ਉਹ ਤਾਂ ਅਨੁਮਤੀ ਸਨ, ਉਹਨਾਂ ਦੇ ਨਾਲ ਮਹਾਰਾਜ ਜੀ ਨੇ ਸੰਵਾਦ ਕੀਤਾ। ਤੇ ਪਿਆਰਿਓ ਸਾਨੂੰ ਵੀ ਚਾਹੀਦਾ ਮਹਾਰਾਜ ਜੀ ਦੇ ਸਿੱਖਿਆ ਦੇ ਆਪਾਂ ਧਾਰਨੀ ਬਣਨਾ ਕਰੀਏ, ਲੇਕਿਨ ਅਜੋਕੇ ਮਾਹੌਲ ਦੇ ਵਿੱਚ ਇਹ ਜੋ ਸੰਵਾਦ ਦੀ ਜੋ ਅਵਸਥਾ ਹੈ, ਸੰਵਾਦ ਜੋ ਕਰਦੇ ਹਨ, ਇਹ ਨਜ਼ਰ ਨਹੀਂ ਆ ਰਿਹਾ। ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰਨਾ, ਕਿੰਤੂ ਪਰੰਤੂ ਕਰਨਾ, ਵਾਦ ਵਿਟੰਡਾ ਜਿਹੜਾ ਖੜਾ ਕਰਨਾ, ਇਹੀ ਪਿਆਰਿਓ ਵੇਖਣ ਨੂੰ ਪ੍ਰਾਪਤ ਹੋ ਰਿਹਾ। ਕਈ ਜੋ ਲੋਕ ਜਿਹੜੇ ਹਨ ਆਪਣਿਆਂ ਦੇ ਮਗਰ ਲੱਗੇ ਹੋਏ, ਅੱਜ ਆਪਾਂ ਵੇਖਦੇ ਹਾਂ ਕਈ ਜਿਨ੍ਹਾਂ ਨੇ ਸਿੱਖਾਂ ਦਾ ਬਾਣਾ ਧਾਰਨ ਕਰਨਾ ਕੀਤਾ। ਬਾਰੀ ਤੌਰ ਤੇ ਤਾਂ ਸਿੱਖ ਨਜ਼ਰ ਆਉਂਦੇ ਹਨ, ਇਹੋ ਜਿਹਾ ਲਿਬਾਸ ਧਾਰਨ ਕਰਦੇ, ਸੰਤਾਂ ਵਾਲਾ ਧਾਰਮਿਕ ਆਗੂਆਂ ਦਾ ਲਿਬਾਸ ਧਾਰਨ ਕਰਦੇ, ਲੇਕਿਨ ਫਿਰ ਪਿਆਰਿਓ ਇਹ ਧਾਰਨ ਕਰਕੇ ਸੰਵਾਦ ਨਹੀਂ ਕਰਦੇ ਹਨ ਤੇ ਆਪਣੇ ਇਲਾਕਿਆਂ ਦੇ ਵਿੱਚ ਬੈਠ ਕਰਕੇ ਕ੍ਰਿਟੀਸਾਈਜ਼ ਕਰਨਾ, ਭਾਵ ਕਿ ਵਿਵਾਦ ਖੜਾ ਕਰ ਦੇਣਾ, ਕਿੰਤੂ ਪਰੰਤੂ ਕਰ ਦੇਣੀ ਹੈ। ਕੁਝ ਵੀ ਘਰ ਦੇ ਵਿੱਚ ਬੈਠ ਕਰਕੇ ਗੱਪ ਛੱਪ ਜਿਹੜੀ ਹੈ ਮਾਰ ਦੇਣੀ ਹੈ। ਬਸ ਉਹ ਚੀਜ਼ਾਂ ਨੂੰ ਲੈ ਕਰਕੇ ਦੁਨੀਆ ਦੇ ਵਿੱਚ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਰਿਹਾ ਹੈ। ਇੱਕ ਪਾਸੇ ਇਹ ਬੋਲ ਦਿੰਦੇ, ਫਿਰ ਪਿਆਰਿਓ ਪੰਥ ਜਿਹੜਾ ਦੁਫਾੜ ਹੋ ਜਾਂਦਾ, ਆਪਸ ਦੇ ਵਿੱਚ ਫਿਰ ਬਹਿਸਮਬਾਜ਼ੀ ਹੁੰਦੀ ਹੈ, ਫਿਰ ਝਗੜਾ ਜਿਹੜਾ ਸਿੱਖਾਂ ਦੇ ਵਿੱਚ ਖੜਾ ਹੋ ਰਿਹਾ। ਇਹ ਪਿਆਰਿਓ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਗੁਰਸਿੱਖਾਂ ਦੇ ਉਸੂਲ ਨਹੀਂ ਹਨ। ਸਤਿਗੁਰੂ ਮਹਾਰਾਜ ਜੀ ਨੇ ਤਾਂ ਅਨੁਮਤੀਆਂ ਦੇ ਨਾਲ ਸੰਵਾਦ ਕੀਤਾ, ਉਹਨਾਂ ਦਾ ਵੀ ਸਤਿਕਾਰ ਕੀਤਾ, ਲੇਕਿਨ ਅੱਜ ਸਾਡੇ ਕੁਝ ਲੋਕ ਜੋ ਪੰਥ ਦੇ ਵਿੱਚ ਤਰੇੜਾਂ ਪਾਉਣੀਆਂ ਚਾਹੁੰਦੇ ਹਨ, ਦੁਫਾੜ ਕਰਨਾ ਚਾਹੁੰਦੇ, ਇਹੋ ਜਿਹੇ ਕੁਝ ਮਸਲੇ ਲੈ ਕਰਕੇ ਜੋ ਆਦਿ ਕਾਲ ਤੋਂ ਮਰਿਆਦਾ ਚਲੀ ਆ ਰਹੀ ਹੈ, ਸੀਨਾ ਬਾ ਸੀਨਾ ਜੋ ਮਰਿਆਦਾ ਚੱਲਦੀ ਹੈ, ਗੁਰੂ ਘਰਾਂ ਦੇ ਉੱਤੇ ਕਿੰਤੂ ਪਰੰਤੂ ਕਰਨਾ, ਮਰਿਆਦਾ ਦੇ ਉੱਤੇ ਕਿੰਤੂ ਪਰੰਤੂ ਕਰਨਾ, ਜਾਂ ਦਸਮ ਦੀ ਬਾਣੀ ਹੈ ਉਹਦੇ ਉੱਤੇ ਕਿੰਤੂ ਪਰੰਤੂ ਕਰਨਾ। ਕਈ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਵੀ ਉਂਗਲਾਂ ਚੱਕ ਦਿੰਦੇ ਹਨ। ਬਥੇਰੇ ਇਹੋ ਜਿਹੇ ਲੋਕ ਗੁਰੂ ਅਸਥਾਨਾਂ ਦੇ ਨਾਲ ਤੋੜਨਾ, ਕਹਿ ਦੇਣਾ ਕਿ ਭਾਈ ਕੀ ਲੋੜ ਹੈ ਉੱਥੇ ਜਾਣ ਦੀ, ਤੇ ਉਹੀ ਮਹਾਰਾਜ ਜੀ ਦਾ ਸਰੂਪ, ਇਹੋ ਜਿਹੀਆਂ ਗੱਲਾਂ ਬਣਾ ਕਰਕੇ। ਲੇਕਿਨ ਮਹਾਰਾਜ ਜੀ ਦਾ ਬਚਨ ਆਪ ਜੀ ਪੜੋ, ਮਹਾਰਾਜ ਜੀ ਨੇ ਕਿਹਾ ਜਿੱਥੇ ਜਾਏ ਜਿੱਥੇ ਸਤਿਗੁਰੂ ਮਹਾਰਾਜ ਜੀ ਜਾਂਦੇ ਹਨ, ਚਰਨ ਛੂ ਪ੍ਰਾਪਤ ਧਰਤੀ ਉਹ ਸ਼ੋਭਨੀਕ ਹੋ ਜਾਂਦੀ ਹੈ। ਲੇਕਿਨ ਲੋਕਾਂ ਦੇ ਵਿੱਚ ਭਰਮ ਪੈਦਾ ਕਰ ਦੇਣਾ, ਕਹਿਣਾ ਕਿ ਭਾਈ ਸਾਡੇ ਧਾਰਮਿਕ ਅਸਥਾਨ ਤਖਤ ਸਾਹਿਬਾਨਾਂ ਤੇ ਗੁਰਧਾਮਾਂ ਤੇ ਜਾਣ ਦੀ ਕੋਈ ਲੋੜ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਘਰ ਦੇ ਵਿੱਚ ਪਾਠ ਕਰ ਲਓ ਜੀ, ਘਰ ਦੇ ਵਿੱਚ ਮਹਾਰਾਜ ਜੀ ਨੂੰ ਮੱਥਾ ਟੇਕ ਲਿਓ, ਬਸ। ਇਸ ਤਰ੍ਹਾਂ ਲੋਕਾਂ ਨੂੰ ਧਰਮ ਅਸਥਾਨਾਂ ਤੋਂ ਤੋੜਨਾ, ਪੰਥ ਦੇ ਵਿੱਚ ਪਿਆਰਿਓ ਦੁਫਾੜ ਕਰਨਾ, ਇਹ ਉਹਨਾਂ ਦੀ ਰੀਤੀ ਹੈ। ਇਹ ਚਾਹੁੰਦੇ ਹਨ, ਕਿਉਂਕਿ ਕੁਝ ਏਜੰਸੀਆਂ ਜਿਹੜੀਆਂ ਖਾਲਸੇ ਦੇ ਮਗਰ ਲੱਗ ਗਈਆਂ ਪਹਿਲੇ ਤੋਂ ਹੀ ਪਿਆਰਿਓ। ਕਿਉਂਕਿ ਆਪਾਂ ਵੇਖਦੇ ਹਾਂ ਕਿ ਜਦੋਂ ਵੀ ਕੋਈ ਸ਼ਕਤੀ ਵੱਧਦੀ ਹੈ ਤੇ ਦੁਸ਼ਮਣ ਜਿਹੜਾ ਉਹ ਸ਼ਕਤੀ ਨੂੰ ਤੋੜਨ ਦਾ ਯਤਨ ਕਰਦਾ, ਤੇ ਇਹਨਾਂ ਨੂੰ ਪਤਾ ਕਿ ਜੇ ਇਹ ਗੁਰੂ ਕੇ ਸਿੱਖ ਇਕੱਤਰ ਹੋ ਗਏ, ਇੱਕ ਨਿਸ਼ਾਨ ਸਾਹਿਬ ਦੇ ਹੇਠ ਆ ਗਏ, ਤੇ ਇਹਨਾਂ ਨੇ ਮੱਲਾਂ ਮਾਰ ਲੈਣੀਆਂ, ਇਹਨਾਂ ਦੇ ਅੱਗੇ ਕੋਈ ਨਹੀਂ ਖੜ ਸਕਦਾ। ਇਸ ਕਰਕੇ ਇਹ ਕਿੰਤੂ ਪਰੰਤੂ ਦੇ ਕੁਝ ਵਿਸ਼ੇ ਜਿਹੜੇ ਹਨ, ਕਦੇ ਮਾਸ ਦਾ ਵਿਸ਼ਾ,
ਕਦੇ ਕੁਛ ਵਿਸ਼ਾ ਪਾ ਕਰਕੇ ਪੰਥ ਨੂੰ ਗੁੰਮਰਾਹ ਕਰਨਾ। ਇਹੋ ਜਿਹੇ ਲੋਕਾਂ ਤੋਂ ਪਿਆਰਿਓ ਸੁਚੇਤ ਹੋਣਾ ਚਾਹੀਦਾ। ਹੁਣ ਇਹ ਦਿਨ ਵੀ ਜਿਹੜੇ ਚੱਲ ਰਹੇ ਹਨ, ਬਹੁਤ ਸ਼ਰਧਾ ਭਾਵਨਾ ਦੇ ਨਾਲ ਉਹ ਜੋ ਘੱਲੂਘਾਰਾ ਵਾਪਰਿਆ ਸੀ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ, ਆਪਾਂ ਸ਼ਰਧਾ ਭਾਵਨਾ ਦੇ ਨਾਲ, ਬਹੁਤ ਅਕੀਦਤ ਦੇ ਨਾਲ, ਬਹੁਤ ਵਿਰਾਗ ਦੇ ਵਿੱਚ ਉਹ ਦਿਨ ਮਨਾ ਰਹੇ ਆ। ਇਹ ਦਿਨ ਕਿਉਂ ਆਏ ਪਿਆਰਿਓ, ਕਿਉਂ ਇਹਨਾਂ ਨੂੰ ਇਹ ਕਰਨਾ ਪਿਆ? ਇਹਦਾ ਸਭ ਤੋਂ ਮੂਲ ਕਾਰਨ ਸੀ ਕਿ ਸਿੱਖਾਂ ਦੀ ਵੱਧਦੀ ਹੋਈ ਤਾਕਤ। ਸਿੱਖ ਜਦੋਂ ਇੱਕ ਜਥੇਬੰਦੀ ਭਾਵ ਕਿ ਇੱਕ ਪਾਸੇ ਜਦੋਂ ਇਕੱਤਰ ਹੋ ਗਏ, ਜਦੋਂ ਸਿੱਖਾਂ ਦਾ ਦਬਦਬਾ ਵੱਧ ਗਿਆ, ਤੇ ਫਿਰ ਸਿੱਖਾਂ ਨੇ ਜਦੋਂ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਕਹਿ ਦਿੱਤਾ ਅਸੀਂ ਆਜ਼ਾਦੀ ਦੇ ਨਾਲ ਜੀਣਾ ਚਾਹੁੰਦੇ ਹਾਂ, ਜਦੋਂ ਕੁਝ ਮਤੇ ਪੇਸ਼ ਕਰਨੇ ਕੀਤੇ ਤੇ ਸਿੱਖਾਂ ਦੇ ਵਿੱਚ ਦੁਫਾੜ ਕਰਨ ਵਾਸਤੇ ਮਹਾਂਪੁਰਖਾਂ ਨੂੰ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਪਿਆਰਿਓ ਆਪ ਜੀ ਇਤਿਹਾਸ ਪੜ੍ਹੋ, ਬਹੁਤ ਸਾਰੀਆਂ ਲਾਲਚਾਂ ਦਿੱਤੀਆਂ ਗਈਆਂ, ਬਹੁਤ ਵਾਦ ਵਿਟੰਡੇ ਉਸ ਵੇਲੇ ਵੀ ਖੜੇ ਕੀਤੇ ਗਏ ਕਿ ਸਿੱਖ ਆਪਸ ਦੇ ਵਿੱਚ ਉਲਝ ਜਾਣ, ਆਪਸ ਦੇ ਵਿੱਚ ਝਗੜਾ ਕਰ ਲੈਣ। ਲੇਕਿਨ ਉਸ ਵੇਲੇ ਪਿਆਰਿਓ ਆਗੂ ਜਿਹੜੇ ਸੁਚੇਤ ਸਨ, ਉਹਨਾਂ ਨੇ ਇਸ ਵੱਲ ਪੂਰਾ ਧਿਆਨ ਦਿੱਤਾ। ਕੋਈ ਵਾਦ ਵਿਤੰਡਾ ਜਿਹੜਾ ਹੈ ਉਹ ਤੋਂ ਉਹ ਬਚ ਕੇ ਰਹੇ ਤੇ ਪੂਰਾ ਐਨ ਪੱਕੇ ਹੋ ਕਰਕੇ, ਦ੍ਰਿੜ ਵਿਸ਼ਵਾਸੀ ਬਣ ਕਰਕੇ, ਸੂਰਬੀਰ ਬਚਨ ਕੇ ਬਲੀ ਕਵਲਾ ਬਪਰੀ ਸੰਤੀ ਛਲੀ, ਤੇ ਬਚਨਾਂ ਦੇ ਬਲੀ ਬਣ ਕਰਕੇ ਸੰਗਤਾਂ ਦੀ ਜੋ ਮੰਗ ਜੋ ਸੀ, ਸੰਗਤਾਂ ਦੀ ਭਾਵਨਾ ਦੇ ਉੱਤੇ ਖਰੇ ਉਤਰੇ ਸਨ। ਤਾਂ ਕਰਕੇ ਬਹੁਤ ਸਾਰੀਆਂ ਉਹਨਾਂ ਨੂੰ ਲਾਲਚਾਂ ਦਿੱਤੀਆਂ ਗਈਆਂ ਕਿ ਆ ਤੁਹਾਨੂੰ ਦੇ ਦਿੱਤਾ ਜਾਵੇਗਾ, ਤੁਹਾਨੂੰ ਉਹ ਦੇ ਦਿੱਤਾ ਜਾਵੇਗਾ, ਮਾਇਆ ਦੇ ਦਿੱਤੀ ਜਾਵੇਗੀ, ਤੁਸੀਂ ਦੱਸੋ ਤੁਹਾਡਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ। ਲੇਕਿਨ ਆਪਣੀਆਂ ਮੰਗਾਂ ਜੋ ਹਨ ਤੁਸੀਂ ਛੱਡ ਦਿਓ, ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਉਸ ਤਰ੍ਹਾਂ ਚਲੋ। ਲੇਕਿਨ ਮਹਾਂਪੁਰਖਾਂ ਨੇ ਪਿਆਰਿਓ ਤੇ ਉਸ ਵੇਲੇ ਦੇ ਜੋ ਜੁਝਾਰੂ ਸਿੰਘ ਜਿਹੜੇ ਹਨ, ਤੇ ਉਹਨਾਂ ਨੇ ਕਹਿ ਦਿੱਤਾ ਕਿ ਜੂਝ ਮਰਾਂ ਤਾਂ ਸਾਜ ਭਤੀਜੈ। ਇਹ ਭਾਵਨਾ ਨੂੰ ਉਹਨਾਂ ਨੇ ਪ੍ਰਗਟ ਕਰਨਾ ਕੀਤਾ ਤੇ ਪੰਥ ਦੇ ਨਾਲ ਉਹਨਾਂ ਨੇ ਗੱਦਾਰੀ ਨਹੀਂ ਕੀਤੀ ਹੈ, ਸਚਿਆਰ ਬਣ ਕਰਕੇ ਉਹ ਨਿਤਰੇ ਸਨ। ਤੇ ਅੱਜ ਵੀ ਪਿਆਰਿਓ ਸਿੱਖ ਜਗਤ ਜਿਹੜਾ ਜਿੱਥੇ ਜਿੱਥੇ ਗੁਰੂ ਕਾ ਸਿੱਖ ਵਸਦਾ, ਅੱਜ ਉਹ ਸਿੱਖ ਉਹਨਾਂ ਮਹਾਂਪੁਰਖਾਂ ਨੂੰ, ਉਹ ਜੁਝਾਰੂ ਸਿੰਘਾਂ ਨੂੰ ਯਾਦ ਕਰ ਰਿਹਾ ਹੈ। ਉਹਨਾਂ ਦੇ ਆਪਾਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਕਿਉਂ? ਕਿਉਂਕਿ ਪਿਆਰਿਓ ਉਹਨਾਂ ਨੇ ਸੱਚ ਦੇ ਖਾਤਰ ਲੜਨਾ ਕੀਤਾ, ਜੂਝਦੇ ਰਹੇ। ਅੱਜ ਲੇਕਿਨ ਇਹ ਭਾਵਨਾ ਦਾ ਬਹੁਤ ਜ਼ਿਆਦਾ ਖਾਲਸੇ ਪੰਥ ਦੇ ਵਿੱਚ ਘਾਟ ਹੋ ਰਿਹਾ ਹੈ। ਕੁਝ ਆਪਣੇ ਹੀ ਲੋਕ ਜਿਹੜੇ ਹਨ ਉਹ ਫਿਰ ਵਿਕ ਜਾਂਦੇ ਹਨ, ਗੱਦਾਰੀਆਂ ਕਰ ਜਾਂਦੇ, ਤੇ ਇਸ ਤਰ੍ਹਾਂ ਉਹਨਾਂ ਤੋਂ ਵੀ ਪਿਆਰਿਓ ਸਾਨੂੰ ਬਚ ਕੇ ਰਹਿਣਾ ਚਾਹੀਦਾ। ਬਹੁਤ ਪਿਆਰਿਓ ਮਾਹੌਲ ਖਰਾਬ ਹੋ ਰਿਹਾ ਹੈ। ਇਹੋ ਜਿਹੇ ਸਮੇਂ ਦੇ ਵਿੱਚ ਕਈ ਜੋ ਏਜੰਸੀਆਂ, ਕਈ ਜਿਹੜੇ ਹਨ ਐਵੇਂ ਵਾਦ ਵਿਤੰਡਾ ਖੜਾ ਕਰਕੇ ਕਿੰਤੂ ਪਰੰਤੂ ਦਾ ਵਿਸ਼ਾ ਜਿਹੜਾ ਹੈ ਉਹ ਪੰਥ ਵਿੱਚ ਲੈ ਕੇ ਆਉਂਦੇ, ਜਿਹਨੂੰ ਵੇਖ ਕਰਕੇ ਪੰਥ ਜਿਹੜਾ ਦੁਫਾੜ ਹੋ ਜਾਂਦਾ। ਲੜਾਈ ਪਿਆਰਿਓ ਇਹਦੇ ਵਿੱਚ ਨੁਕਸਾਨ ਸਿੱਖੀ ਦਾ ਕਿ ਭਾਈ ਝਗੜਾ ਕਿੰਤੂ ਪਰੰਤੂ ਪਾ ਦਿਓ ਤੇ ਫੂਟ ਪਾਓ ਤੇ ਰਾਜ ਕਰੋ। ਲੇਕਿਨ ਸਾਨੂੰ ਪਿਆਰਿਓ ਸੁਚੇਤ ਹੋ ਕਰਕੇ ਇਹ ਫੁੱਟ ਤੋਂ ਬਚਣਾ ਚਾਹੀਦਾ। ਇਹੋ ਜਿਹੇ ਕੁਝ ਮਸਲੇ ਪਾ ਕਰਕੇ ਫਿਰ ਅੱਜ ਸੋਸ਼ਲ ਮੀਡੀਆ ਦੇ ਵਿੱਚ ਕੋਈ ਕਿੱਥੇ ਬਹਿ ਕਰਕੇ ਰੌਲਾ ਪਾਈ ਜਾਂਦਾ ਤੇ ਆਪਾਂ ਉਹਦਾ ਜਵਾਬ ਦਿੰਦੇ ਆ। ਇਹਦੇ ਵਿੱਚ ਪਿਆਰਿਓ ਲੜਨ ਵਾਲਾ ਵੀ ਸਿੱਖ ਹੈ ਤੇ ਲੜਾਉਣ ਵਾਲਾ ਵੀ ਸਿੱਖ ਹੈ, ਜਿਹਦੇ ਨਾਲ ਲੜਾਈ ਹੋ ਰਹੀ ਹੈ ਉਹ ਵੀ ਸਿੱਖ ਹੈ। ਇਹਦੇ ਨਾਲ ਪਿਆਰਿਓ ਸਿੱਖੀ ਦਾ ਬਹੁਤ ਜ਼ਿਆਦਾ ਘਾਟਾ ਹੋ ਰਿਹਾ ਤੇ ਉਹਨਾਂ ਨੂੰ ਵੀ ਬੇਨਤੀ ਹੈ ਤਖਤ ਸਾਹਿਬ ਵੱਲੋਂ ਕਿ ਭਾਈ ਇਹੋ ਜਿਹਾ ਕੋਈ ਵਾਦ ਵਿਤੰਡਾ ਨਾ ਖੜਾ ਕੀਤਾ ਜਾਵੇ। ਹਾਂ, ਤੁਹਾਡੇ ਮਨ ਦੇ ਵਿੱਚ ਕੋਈ ਸ਼ੱਕ ਹੈ ਤੇ ਆਓ ਸਾਡੇ ਕੋਲ, ਸਾਡੇ ਮਹਾਂਪੁਰਖ ਜਥੇਦਾਰ, ਪੰਜ ਪਿਆਰੇ ਸਾਹਿਬਾਨ, ਪ੍ਰਬੰਧਕ ਬੈਠੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਇੱਥੇ ਬੈਠ ਕਰਕੇ ਆਪਣੀ ਮਨ ਦੀ ਦੁਬਿਧਾ ਤੁਸੀਂ ਦੂਰ ਕਰਨਾ ਕਰੋ। ਐਵੇਂ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਦ ਵਿਟੰਡਾ ਖੜਾ ਕਰਕੇ ਆਪਸ ਦੇ ਵਿੱਚ ਆਪਾਂ ਜਦੋਂ ਦੁਫਾੜ ਹੁੰਦੇ ਆ, ਬਹੁਤ ਸਾਰੇ ਲੋਕ ਪਿਆਰਿਓ ਤਮਾਸ਼ਾ ਵੇਖਣ ਵਾਲੇ ਅੱਜ ਮੌਜੂਦ ਹਨ। ਉਹ ਤਾਂ ਇਹੀ ਚਾਹੁੰਦੇ ਕਿ ਇਹ ਆਪਸ ਦੇ ਵਿੱਚ ਲੜ ਜਾਣ, ਭਿੜ ਜਾਣ, ਆਪਸ ਦੇ ਵਿੱਚ ਲੜ ਕਰਕੇ ਖਤਮ ਹੋ ਗਏ, ਫਿਰ ਇਹਨਾਂ ਦੇ ਉੱਤੇ ਆਪਾਂ ਸਰਦਾਰੀ ਕਰਨੀ ਹੈ। ਜਿਸ ਤਰ੍ਹਾਂ ਸਿਆਣੇ ਬੋਲਦੇ ਨਾ, ਦੋ ਬਿੱਲਿਆਂ ਦੀ ਲੜਾਈ ਦੇ ਵਿੱਚ ਬਾਂਦਰ ਨੂੰ ਫਾਇਦਾ ਹੋ ਜਾਂਦਾ। ਇਹ ਦ੍ਰਿਸ਼ਟਾਂਤ ਦੇ ਤੌਰ ਤੇ ਦਾਸ ਨੇ ਵਰਤਿਆ
ਇਸ ਤਰ੍ਹਾਂ ਹੀ ਪਿਆਰਿਓ ਬਹੁਤ ਸਾਰੇ ਲੋਕ ਉਹ ਚਾਹੁੰਦੇ ਹਨ ਲੜਾਉਣਾ, ਭਿੜਾਉਣਾ, ਝਗੜਾਉਣਾ। ਜਦੋਂ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਜਾਣ ਤੇ ਬਾਅਦ ਦੇ ਵਿੱਚ ਉਹਨਾਂ ਨੇ ਆ ਕਰਕੇ ਸਾਨੂੰ ਸਾਰਿਆਂ ਨੂੰ ਦਬਾ ਦੇਣਾ, ਖਤਮ ਕਰ ਦੇਣਾ। ਇਸ ਕਰਕੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸਤਿਗੁਰੂ ਮਹਾਰਾਜ ਜੋ ਬਚਨ ਚੱਲ ਰਿਹਾ ਸੀ ਨਾ, ਮਹਾਰਾਜ ਜੀ ਨੇ ਪਿਆਰਿਓ ਉਹਨਾਂ ਦੇ ਨਾਲ ਸੰਵਾਦ ਕਰਨਾ ਕੀਤਾ। ਉਹਨਾਂ ਦੇ ਘਰ ਵਿੱਚ ਜਾ ਕਰਕੇ ਕਦੇ ਵਾਦ ਵਿਤੰਡਾ ਨਹੀਂ ਕੀਤਾ। ਮਹਾਰਾਜ ਜੀ ਦੇ ਮਨ ਵਿੱਚ ਆਇਆ ਕਿ ਚਲੋ ਸ਼ਮਸ ਤਬਰੇਜ਼ ਜੀ ਬਹੁਤ ਵੱਡੇ ਮਹਾਂਪੁਰਖ ਹਨ, ਚਲੋ ਉਹਨਾਂ ਦੇ ਨਾਲ ਆਪਾਂ ਸੰਵਾਦ ਕਰੀਏ। ਦੇਨ ਉਪਦੇਸ਼ ਆਪਨੋ ਨੀਕਾ, ਆਪਣਾ ਨੀਕਾ ਬਹੁਤ ਸ਼ੁਭ ਉਪਦੇਸ਼ ਦੇਣ ਦੇ ਵਾਸਤੇ। ਜਿਸ ਵਿਧ ਹੈ ਉਧਾਰ ਇਸ ਜੀ ਕਾ, ਜਿਸ ਵਿਧ ਹੋਇ ਭਾਵ ਕਿ ਜਿਸ ਤਰ੍ਹਾਂ ਜੀਆਂ ਦਾ ਉਧਾਰ ਹੋ ਜਾਵੇ, ਇਹ ਸਤਿਗੁਰੂ ਮਹਾਰਾਜ ਉਹਨਾਂ ਨੂੰ ਉਪਦੇਸ਼ ਦੇਣ ਦੇ ਵਾਸਤੇ। ਸ਼ਮਸ ਤਬਰੇਜ਼ ਰਹਤ ਜਹ ਥਾਈ, ਸ਼ਮਸ ਤਬਰੇਜ਼ ਜੋ ਹਨ ਬਹੁਤ ਵੱਡੇ ਪਿਆਰਿਓ ਇਸਲਾਮੀ ਜਗਤ ਦੇ ਵਿੱਚ ਇਹ ਬਹੁਤ ਵੱਡੇ ਮਹਾਂਪੁਰਖ ਹੋਏ ਹਨ। ਸ਼ਮਸ ਤਬਰੇਜ਼ ਜੀ, ਇਹਨਾਂ ਦਾ ਸਿਲਸਿਲਾ ਜਿਹੜਾ ਮੁਲਤਾਨ ਦੇ ਵਿੱਚ ਚੱਲਦਾ, ਮੁਲਤਾਨ ਸ਼ਰੀਫ ਇਹਨਾਂ ਦਾ ਡੇਰਾ ਹੈ। ਅੱਜ ਵੀ ਉਹਨਾਂ ਦਾ ਸਿਲਸਿਲਾ, ਉਥੋਂ ਦੇ ਗੱਦੀ ਨਸ਼ੀਨ ਜੋ ਹਨ ਉਹ ਚੱਲਦੇ ਹਨ। ਤੇ ਜਿੱਥੇ ਇਹ ਰਿਹਾ ਕਰਦੇ ਸਨ ਸ਼ਮਸ ਤਬਰੇਜ਼ ਜੀ, ਤਹਾਂ ਜਾਏ ਬੈਠੇ ਜਗ ਸਾਈ, ਜਗਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੋਏ। ਮੁਲਤਾਨ ਦੇ ਵਿੱਚ ਜਾ ਕਰਕੇ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਤੇ ਜਦੋਂ ਪਿਆਰਿਓ ਇਤਿਹਾਸਕਾਰਾਂ ਨੇ ਇਸ ਗੱਲ ਦੀ ਪਰਚੋਲਨਾ ਕੀਤੀ, ਖੋਜ ਕੀਤੀ, ਤੇ ਉਥੇ ਜਦੋਂ ਸਤਿਗੁਰੂ ਮਹਾਰਾਜ ਜੀ ਗਏ ਸਨ ਮੁਲਤਾਨ ਦੀ ਧਰਤੀ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਖਾਨਖਾਨਾ ਜੋ ਹੈ, ਜਿਨ੍ਹਾਂ ਨੂੰ ਆਪਾਂ ਆਪਣੇ ਮਤ ਦੇ ਵਿੱਚ ਗੁਰਦੁਆਰਾ ਸਾਹਿਬ ਬੋਲਦੇ, ਤੇ ਉਹਨਾਂ ਦੀ ਖਾਨਖਾਨੇ ਦੀ ਹਯਾਤੀ ਦੇ ਵਿੱਚ ਉਹਨਾਂ ਦੀ ਮੁੱਖ ਮਸਜਿਦ ਦੇ ਵਿੱਚ ਇੱਕ ਥੜਾ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੀ ਯਾਦ ਦੇ ਵਿੱਚ ਮੁਲਤਾਨ ਦੇ ਵਿੱਚ ਉਹਨਾਂ ਨੇ ਪਿਆਰਿਓ ਕਾਇਮ ਕਰਨਾ ਕੀਤਾ ਸੀ। ਤੇ ਬਾਜਬਤਾ ਉਥੇ ਕਿਸੇ ਜ਼ਮਾਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੁੰਦਾ। ਤੇ ਬਾਅਦ ਦੇ ਵਿੱਚ ਕੁਝ ਕੱਟਰਵਾਦ ਲੋਕਾਂ ਨੇ ਗ੍ਰੰਥੀ ਸਿੰਘ ਨੂੰ ਬੜਾ ਜਦੋਂ ਸਤਾਇਆ, ਤੇ ਮਾਇਆ ਦੀ ਘਾਟ ਹੋਣ ਕਰਕੇ ਜਾਂ ਬੇਦਬੀ ਦੇ ਡਰ ਤੋਂ ਉਹਨਾਂ ਨੇ ਮਹਾਰਾਜ ਜੀ ਦਾ ਸਰੂਪ ਉਥੋਂ ਚੁਕਵਾ ਦਿੱਤਾ। ਤੇ ਥੜਾ ਮੌਜੂਦ ਸੀ। ਤੇ ਇਹਦੀ ਗਵਾਹੀ ਸੰਤ ਬਾਬਾ ਬਸੰਤ ਸਿੰਘ ਜੀ ਜਿਹੜੇ ਹਨ ਉਹਨਾਂ ਨੇ ਦਿੱਤੀ ਹੈ। ਤੇ ਕਿਸੇ ਜ਼ਮਾਨੇ ਦੇ ਵਿੱਚ 19ਵੀਂ ਸ਼ਤਾਬਦੀ ਤੋਂ ਪਹਿਲਾਂ 18ਵੀਂ ਸ਼ਤਾਬਦੀ ਦੇ ਅੰਤ ਵਿੱਚ ਉਹਨਾਂ ਨੇ ਜਾ ਕਰਕੇ ਦਰਸ਼ਨ ਕੀਤੇ, ਤੇ ਉਹਨਾਂ ਨੇ ਕੋਟ ਕਰਨਾ ਕੀਤਾ ਵਾਸਤੇ ਆਉਂਦੇ ਸਨ। ਉਹ ਖਾਨਖਾਨੇ ਦੀ ਜ਼ਿਆਰਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਵੀ ਮੁਸਲਮਾਨ ਨਤਮਸਤਕ ਹੁੰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਮੰਨਦੇ। ਲੇਕਿਨ ਹੌਲੀ ਹੌਲੀ ਕੱਟਰਵਾਦ ਦਾ ਜਦੋਂ ਦੌਰ ਵੱਧਦਾ ਗਿਆ, ਪਹਿਲੇ ਤਾਂ ਮਹਾਰਾਜ ਜੀ ਦਾ ਸਰੂਪ ਉਹਨਾਂ ਨੇ ਹਟਵਾ ਦਿੱਤਾ। ਫਿਰ ਪਿਆਰਿਓ ਉਹ ਜੋ ਥਾਂ ਜੋ ਹੈ, ਜੋ ਥੜਾ ਬਣਾਇਆ ਸੀ, ਚਬੂਤਰਾ ਬਣਾਇਆ ਸੀ ਨਾ ਵੱਡਾ, ਬਾਬੇ ਨਾਨਕ ਦਾ ਅਸਥਾਨ ਬੋਲ ਕਰਕੇ ਉਹਨੂੰ ਵੀ ਫਿਰ ਬਾਅਦ ਦੇ ਵਿੱਚ ਢਾਹ ਦਿੱਤਾ ਗਿਆ। ਫਿਰ ਇੱਕ ਕੰਧ ਜੋ ਹੈ, ਕੰਧ ਦੇ ਉੱਤੇ ਇਹ ਪੂਰੀ ਇਬਾਦਤ ਜਿਹੜੀ ਹੈ ਉਹਨਾਂ ਨੇ ਉਕੇਰੀ ਹੋਈ ਸੀ ਪੱਥਰ ਦੇ ਉੱਤੇ ਕਿ ਬਾਬਾ ਨਾਨਕ ਜੀ ਇੱਥੇ ਆਏ। ਸ਼ਮਸ ਤਬਰੇਜ਼ ਜੀ ਜੋ ਖਾਨਖਾਨਾ ਦੇ ਉਸ ਵੇਲੇ ਜੋ ਗੱਦੀ ਨਸ਼ੀਨ ਸਨ, ਉਹਨਾਂ ਦੇ ਨਾਲ ਮਹਾਰਾਜ ਜੀ ਦਾ ਸੰਵਾਦ ਹੋਇਆ। ਮਹਾਰਾਜ ਜੀ ਦਾ ਉਹਨਾਂ ਨੇ ਉਪਦੇਸ਼ ਧਾਰਨ ਕਰਨਾ ਕੀਤਾ। ਇਹ ਤਾਂ ਬਚਨ ਭਾਈ ਡਾਕਟਰ ਭਾਈ ਵੀਰ ਸਿੰਘ ਜੀ ਨੇ ਜਦੋਂ ਇਹਦਾ ਉਹਨਾਂ ਨੇ ਪ੍ਰਤੀਪਾਦਨ ਕਰਨਾ ਕੀਤਾ, ਗ੍ਰੰਥ ਦਾ ਪਰਿਆਏ ਲਿਖਿਆ, ਉਸ ਵੇਲੇ ਉਹਨਾਂ ਨੇ ਦੱਸਿਆ ਕਿ ਅਸੀਂ ਆਪ ਪੜਤਾਲ ਕੀਤੀ ਤਾਂ ਕੰਧ ਜਿਹੜੀ ਹੈ ਮੌਜੂਦ ਸੀ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਉਹ ਅਫਗਾਨ ਦਾ ਇਲਾਕਾ, ਉੱਥੇ ਕੌਣ ਜਾ ਕਰਕੇ ਵੇਖੇ, ਹੁਣ ਪਤਾ ਨਹੀਂ ਉਹ ਅਸਥਾਨ ਕਿਸ ਹਾਲ ਦੇ ਵਿੱਚ ਹੋਵੇਗਾ, ਜਾਂ ਉਹਨੂੰ ਫਿਰ ਢਾਹ ਦਿੱਤਾ ਗਿਆ। ਇਸ ਤਰ੍ਹਾਂ ਉਥੇ ਨਿਸ਼ਾਨਦੇਹੀ ਵੀ ਸਿੱਖਾਂ ਨੇ ਕਾਇਮ ਕਰਨੀ ਕੀਤੀ ਸੀ। ਸਭ ਪੀਰਨ ਕੋ ਸੁਧ ਜਬ ਹੋਈ, ਜਦੋਂ ਸਾਰੇ ਪੀਰ ਜਿਹੜੇ ਹਨ, ਮੁਲਤਾਨ ਦਾ ਜੋ ਇਲਾਕਾ ਪਿਆਰਿਓ ਪੀਰਾਂ ਦੇ ਨਾਲ ਭਰਿਆ ਹੋਇਆ ਸੀ, ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਮਿਲ ਕੇ ਮਤੋ ਕਰਤ ਭੇਸੋ, ਉਹਨਾਂ ਸਾਰਿਆਂ ਨੇ ਪੀਰਾਂ ਨੇ, ਜਿਹੜੇ ਪੀਰ ਦਾ ਮਤਲਬ ਕਿ ਉਹਨਾਂ ਸੰਤਾਂ ਨੇ, ਇਹ
ਮੁਲਤਾਨ ਜਿਹੜਾ ਸੰਤਾਂ ਦਾ ਗੜ ਮੰਨਿਆ ਜਾਂਦਾ ਸੀ, ਬਹੁਤ ਵੱਡਾ ਇਹਨਾਂ ਦਾ ਉੱਥੇ ਖਾਨਖਾਨਾ ਸੀ। ਉਹਨਾਂ ਨੇ ਮਿਲ ਕਰਕੇ ਵਿਚਾਰ ਕੀਤੀ। ਇਨ ਜੀਤੇ ਸਭ ਥਾਨ ਮਹਾਨਾ। ਉਹਨਾਂ ਦੇ ਮਨ ਵਿੱਚ ਆਇਆ ਕਿ ਇਹ ਜੋ ਬਾਬਾ ਨਾਨਕ ਹਲੇ ਮੁਲਤਾਨ ਦੇ ਵਿੱਚ ਨਹੀਂ ਆਇਆ, ਨਗਰ ਦੇ ਬਾਹਰ ਬੈਠਿਆ ਹੋਇਆ ਹੈ। ਬਾਬੇ ਦੀ ਬਹੁਤ ਜ਼ਿਆਦੀ ਮਨੌਤ ਹੋ ਰਹੀ ਹੈ ਤੇ ਆਪਸ ਦੇ ਵਿੱਚ ਗੱਲਬਾਤ ਕਰਦੇ ਕਿ ਇਹ ਬਾਬਾ ਜਿਹੜਾ ਹੈ ਇਹਨੇ ਵੱਡੇ ਵੱਡੇ ਅਸਥਾਨਾਂ ਨੂੰ ਜਿੱਤਣਾ ਕੀਤਾ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭੈ ਨਿਵਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦਾ ਜੋ ਗੜ ਹੈ, ਜਿਹਦੀ ਸਾਖੀ ਹਾਲੇ ਪਿਆਰਿਓ ਆਪਾਂ ਨੇ ਉਹ ਕਥਾ ਨੂੰ ਸਰਵਣ ਕਰਨਾ ਕੀਤਾ ਇਹ ਲੜੀ ਦੇ ਤਹਿਤ। ਫਿਰ ਮਹਾਰਾਜ ਜੀ ਇੱਥੇ ਵੀ ਗਏ ਸਨ, ਮੱਕੇ ਮਦੀਨੇ ਵੀ ਗਏ। ਉਹ ਸਾਰਾ ਇਲਾਕਾ ਜੋ ਮੁਸਲਮਾਨਾਂ ਦਾ ਗੜ ਮੰਨਿਆ ਜਾਂਦਾ, ਉਹਨਾਂ ਨੂੰ ਇਹਨਾਂ ਨੇ ਨਿਵਾਉਣਾ ਕੀਤਾ। ਕਾਬਾ ਚਰਨਨ ਸੰਗ ਫਿਰਾਨਾ। ਕੋਈ ਕਹਿੰਦਾ ਕਿ ਭਾਈ ਇਹ ਤਾਂ ਉਹ ਬਾਬਾ ਹੈ ਜਿਹਨੇ ਆਪਣੇ ਚਰਨਾਂ ਦੇ ਨਾਲ ਕਾਬਾ ਸ਼ਰੀਫ ਜੋ ਹੈ, ਮੱਕਾ ਸ਼ਰੀਫ ਇਹਨਾਂ ਨੇ ਘੁਮਾ ਦਿੱਤਾ। ਚਰਚਾ ਅਜ਼ਮਤ ਮਹਿ ਇਹ ਭਾਰੀ। ਤੇ ਕਹਿੰਦੇ ਵਿਚਾਰ ਕਰਦੇ, ਇੱਕ ਤਾਂ ਚਰਚਾ ਤੇ ਦੂਜੀ ਹੈ ਅਜ਼ਮਤ। ਅਜ਼ਮਤ ਦਾ ਮਤਲਬ ਕਰਾਮਾਤ। ਦੋਵਾਂ ਦੇ ਵਿੱਚ ਇਹ ਨਿਪੁੰਨ ਹਨ, ਬਹੁਤ ਭਾਰੀ ਹਨ। ਭਾਵ ਕਿ ਕਰਾਮਾਤ ਦੇ ਨਾਲ ਵੀ ਇਹਨਾਂ ਨੂੰ ਆਪਾਂ ਜਿੱਤ ਨਹੀਂ ਸਕਦੇ ਆ। ਵੱਡੇ ਵੱਡੇ ਜੋ ਪੀਰ ਸਨ, ਵਲੀ ਸਨ, ਤੇ ਜੋ ਗੋਰਖਮਤੀਏ ਜੋਗੀ ਆਦਿਕ ਉਹ ਵੀ ਹਾਰ ਗਏ। ਤੇ ਚਰਚਾ ਦੇ ਵਿੱਚ ਵੱਡੇ ਵੱਡੇ ਦਿਗਵਿਜਈ ਪੰਡਿਤ ਇਹਨਾਂ ਦੇ ਅੱਗੇ ਪਾਣੀ ਭਰਦੇ ਹਨ। ਸਕਿਓ ਨਾ ਕੋ ਅਟਕ ਅਗਾਰੀ। ਇਹਨਾਂ ਦੇ ਅੱਗੇ ਕੋਈ ਅਟਕ ਨਹੀਂ ਸਕਦਾ, ਕੋਈ ਇਹਨਾਂ ਨੂੰ ਰੋਕ ਨਹੀਂ ਸਕਦਾ। ਬਹੁਤ ਵੱਡੇ ਇਹ ਅਜ਼ਮਤੀ ਹਨ ਤੇ ਗਿਆਨ ਦੇ ਵਿੱਚ ਨਿਪੁੰਨ ਹਨ। ਸਰ ਬਰਬਾਦ ਨਹੀਂ ਬਨ ਆਈ। ਇਹਨਾਂ ਦੇ ਨਾਲ ਵਿਚਾਰ ਚਰਚਾ ਕਰਨੀ ਹੈ, ਕੋਈ ਇਹਨਾਂ ਦੇ ਨਾਲ ਚਰਚਾ ਨਹੀਂ ਕਰ ਸਕਦਾ। ਇਹਨਾਂ ਦੇ ਨਾਲ ਵਾਦ ਵਿਟੰਡਾ ਵੀ ਆਪਾਂ ਖੜਾ ਨਹੀਂ ਕਰ ਸਕਦੇ ਆ। ਇਹੋ ਜੀ ਅਜ਼ਮਤ ਸੀ। ਜੇ ਪਿਆਰਿਓ ਆਪਾਂ ਵਿਚਾਰ ਕਰਦੇ ਆ, ਮਹਾਰਾਜ ਜੀ ਨੇ ਚਰਚਾ ਕਿਸ ਤਰ੍ਹਾਂ ਕੀਤੀ ਹੈ। ਜਦੋਂ ਮੱਕੇ ਸ਼ਰੀਫ ਗਏ, ਮਹਾਰਾਜ ਜੀ ਨੇ ਚਰਨ ਕਾਬੇ ਵੱਲ ਕਰ ਦਿੱਤੇ। ਜਦੋਂ ਉਥੋਂ ਦਾ ਜਿਉਣ ਬੁਲਾਣਾ ਜਿਹੜਾ ਹੈ, ਮਹਾਰਾਜ ਜੀ ਨੂੰ ਕਹਿੰਦਾ ਕਿ ਕਾਫਰਾ ਤੈਨੂੰ ਪਤਾ ਨਹੀਂ ਹੈ, ਤੂਨੇ ਖੁਦਾ ਦੇ ਵੱਲ ਆਪਣੇ ਪੈਰ ਕਰ ਦਿੱਤੇ, ਚਰਨ ਆਪਣੇ ਪਾਸੇ ਕਰ ਦਿਓ। ਮਹਾਰਾਜ ਜੀ ਨੇ ਅੱਗੋਂ ਪ੍ਰੇਮ ਦੇ ਸੰਯੁਕਤ ਜਵਾਬ ਦਿੱਤਾ ਕਿ ਭਾਈ ਮੈਂ ਕਹਿੰਦੋ ਕਿ ਭਾਈ ਖੁਦਾ ਦੇ ਵੱਲ ਪੈਰ ਹੋ ਗਏ ਤੇ ਮੇਰੇ ਚਰਨਾਂ ਨੂੰ ਉਸ ਪਾਸੇ ਕਰ ਦੇ ਜਿੱਥੇ ਤੇਰਾ ਖੁਦਾ ਨਹੀਂ ਹੈ। ਉਹਨੂੰ ਸਮਝ ਪੈ ਗਈ ਕਿ ਭਾਈ ਖੁਦਾ ਤਾਂ ਸਾਰੇ ਪਾਸੇ ਹੈ ਤੇ ਮੈਂ ਕਿੱਥੇ ਚਰਨ ਕਰਨਾ ਕਰਾਂ। ਤੇ ਜਿੱਥੇ ਚਰਨ ਕਰਦਾ ਫਿਰ ਮੱਕਾ ਘੁੰਮ ਵੀ ਗਿਆ। ਤੇ ਫਿਰ ਬਾਅਦ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਕੁਰੂਕਸ਼ੇਤਰ ਦੀ ਧਰਤੀ ਤੇ ਗਏ, ਉਥੇ ਸਿੱਖਿਆ ਦੇਣ ਦੇ ਵਾਸਤੇ ਮਹਾਰਾਜ ਜੀ ਨੇ ਤੇ ਫਿਰ ਇੱਕ ਇਹੋ ਜਿਹਾ ਸਵਾਂਗ ਵਰਤਨਾ ਕੀਤਾ, ਚੋਜ ਵਰਤਾਈ ਹੈ, ਜਿਹਨੂੰ ਵੇਖ ਕਰਕੇ ਸਾਰੇ ਪੰਡਤ ਬ੍ਰਾਹਮਣ ਆ ਗਏ, ਡਾਂਗਾ ਚੁੱਕ ਕਰਕੇ, ਲੱਕੜੀਆਂ ਲੈ ਕਰਕੇ, ਪੱਥਰ ਲੈ ਕਰਕੇ ਮਾਰਨ ਵਾਸਤੇ। ਮਹਾਰਾਜ ਨੂੰ ਕਹਿੰਦੇ ਤੁਸੀਂ ਬਹੁਤ ਵੱਡੇ ਨਾਸਤਿਕ ਹੋ, ਪਾਪ ਕਰਨਾ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਇਹੀ ਤਾਂ ਭਾਈ ਰੱਜ ਕੇ ਛਕਦੇ ਤੇ ਹੁਣ ਮੇਰੇ ਨਾਲ ਚਰਚਾ ਕਰਦੇ ਹੋ, ਝਗੜਾ ਕਰਦੇ ਹੋ। ਮਾਸ ਪੁਰਾਣੀ ਮਾਸ ਕਤੇ ਵੀ, ਭਾਵ ਕੇ ਫਿਰ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਸੰਵਾਦ ਕੀਤਾ, ਉਹਨਾਂ ਨੂੰ ਤਸੱਲੀ ਕਰਾਈ ਹੈ। ਬਿਨਤੀ ਕਰਕੇ ਕਰਹੁ ਵਿਦਾਈ। ਹੁਣ ਇਹ ਕਹਿੰਦੇ ਕਿ ਇੱਕ ਕੰਮ ਆਪਾਂ ਕਰਨਾ ਕਰੀਏ, ਬਾਬੇ ਦੇ ਨਾਲ ਤਾਂ ਆਪਾਂ ਚਰਚਾ ਨਹੀਂ ਕਰ ਸਕਦੇ ਆ, ਕਰਾਮਾਤ ਵੀ ਲੜਾ ਨਹੀਂ ਸਕਦੇ ਆ। ਚਲੋ ਕੋਈ ਆਪਾਂ ਇੱਕ ਕੰਮ ਕਰਕੇ, ਬੇਨਤੀ ਕਰਕੇ, ਹੱਥ ਪੈਰ ਜੋੜ ਕਰਕੇ ਬਾਹਰੋਂ ਬਾਰੀ ਇਹਨੂੰ ਆਪਾਂ ਭਜਾ ਦਈਏ। ਇਹ ਵੀ ਪਿਆਰਿਓ ਬਹੁਤ ਵੱਡੀ ਇੱਕ ਰਣਨੀਤੀ ਹੁੰਦੀ ਹੈ। ਕਈ ਵਾਰੀ ਕੀ ਹੁੰਦਾ, ਕੁਝ ਬੰਦੇ ਕੀ ਕਰਦੇ ਹਨ, ਜਦੋਂ ਪਤਾ ਹੁੰਦਾ ਕਿ ਭਾਈ ਇਹਦਾ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਹਾਂ, ਇਹਦੇ ਨਾਲ ਆਪਾਂ ਅੜ ਨਹੀਂ ਸਕਦੇ ਹਾਂ, ਉਹ ਕੋਈ ਤਰੀਕਾ ਵਰਤ ਕਰਕੇ ਪਹਿਲਾਂ ਹੀ ਜਿਹੜਾ ਹੈ ਕੁਛ ਪਾ ਕਰਕੇ, ਮਾਇਆ ਆਦਿਕ ਦੇ ਕਰਕੇ ਗੰਢ ਤੋਪ ਕਰ ਲੈਂਦੇ ਤੇ ਕੁਛ ਰਿਸ਼ਵਤ ਮਾਇਆ ਦੇ ਕਰਕੇ ਕਹਿ ਦਿੰਦੇ ਕਿ ਭਾਈ ਅਸਾਂ ਤੇਰਾ ਕੀ ਕਰਨਾ ਕੀਤਾ, ਭਾਈ ਆ ਲੈ ਮਾਇਆ ਤੂੰ ਚੱਲ ਜਾ, ਦੂਜੇ ਪਾਸੇ ਚੱਲ ਜਾ ਤੇ ਸਾਨੂੰ ਬਖਸ਼ ਲੈਣਾ ਕਰ। ਹੁਣ ਇਹ ਪੀਰਾਂ ਨੇ ਵੀ ਕਿਹਾ, ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਖਾਨਖਾਨੇ ਦੇ ਵਿੱਚ ਆ ਜਾਣ, ਮੁਲਤਾਨ ਦੇ ਵਿੱਚ ਆ ਜਾਣ, ਤੇ ਫਿਰ ਮਹਾਰਾਜ ਜੀ ਦੇ ਨਾਲ ਕੌਣ ਚਰਚਾ ਕਰੇ, ਕੌਣ ਮਹਾਰਾਜ ਜੀ ਦੇ ਨਾਲ ਆਪਣੀ ਅਜ਼ਮਤ ਲੜਾਵੇ। ਆਪਾਂ ਜਿੱਤ ਨਹੀਂ ਸਕਦੇ ਆ।
ਇਸ ਕਰਕੇ ਕੁਛ ਬੇਨਤੀ ਕਰਕੇ ਜਾਂ ਕੁਛ ਜੇ ਮਹਾਰਾਜ ਕਹਿੰਦੇ ਕੁਛ ਮਾਇਆ ਸੇਵਾ ਪਾਣੀ ਕਰਕੇ ਇਹਨਾਂ ਨੂੰ ਆਪਾਂ ਬਾਹਰੋਂ ਬਾਰੀ ਤੋੜ ਦੇਣਾ ਕਰੀਏ। ਅਸ ਵਿਚਾਰ ਕਰ ਦੂਧ ਕਟੋਰਾ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਇਹਨਾਂ ਨੇ ਪਿਆਰਿਓ ਇੱਕ ਕਟੋਰਾ ਜਿਹੜਾ ਹੈ ਨੱਕੋ ਨੱਕ ਦੁੱਧ ਦੇ ਨਾਲ ਭਰਿਆ ਹੋਇਆ ਉਹ ਮਹਾਰਾਜ ਜੀ ਦੇ ਕੋਲ ਲੈ ਕੇ ਆਏ। ਭਰ ਕਰ ਲੈ ਆਏ ਗੁਰ ਓਰਾ। ਭਾਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਇੱਕ ਬੰਦੇ ਨੂੰ ਇੱਕ ਪੀਰ ਨੂੰ ਭੇਜ ਦਿੱਤਾ ਹੈ। ਇਹੋ ਜਨਾਵਨ ਤਿਨ ਨਾ ਕੀਨੋ। ਇਹ ਜਨਾਵਣਾ ਚਾਹੁੰਦੇ ਸਨ ਕਿਉਂਕਿ ਜੋ ਸਿਆਣੇ ਹੁੰਦੇ ਨਾ ਪਿਆਰਿਓ ਬੋਲਦੇ ਨਾ ਆਪਾਂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ। ਮੂਰਖ ਬੰਦਾ ਜਿਹੜਾ ਪਿਆਰਿਓ ਉਹਨੂੰ ਕਹਿ ਕਰਕੇ ਪੱਜ ਜਾਓ ਥੱਕ ਜਾਓ ਮੂਰਖ ਨੂੰ ਪਤਾ ਨਹੀਂ ਲੱਗਦਾ। ਲੇਕਿਨ ਸਮਝਦਾਰ ਜਿਹੜਾ ਹੁੰਦਾ ਨਾ ਉਹਨੂੰ ਸਿਰਫ ਇਸ਼ਾਰਾ ਕਰ ਦਿਓ ਟਿਊਕ ਮਾਤਰ ਕਹਿ ਦਿਓ ਇਸ਼ਾਰਾ ਕਰ ਦਿਓ ਤੇ ਇਸ਼ਾਰੇ ਦੇ ਨਾਲ ਹੀ ਉਹ ਸਮਝ ਜਾਂਦਾ ਗੱਲ ਕੀ ਹੈ ਉਹ ਭਾਂਫ ਲੈਂਦਾ। ਇਹ ਕੀ ਇਸ਼ਾਰਾ ਦੇਣਾ ਚਾਹੁੰਦੇ ਸਨ ਕੀ ਮਹਾਰਾਜ ਜੀ ਨੂੰ ਸਮਝਾਉਣਾ ਚਾਹੁੰਦੇ। ਪੀਰੀਪੁਰ ਮੁਲਤਾਨ ਸੋਚੀਨੋ। ਆ ਜੋ ਮੁਲਤਾਨ ਜਿਹੜਾ ਪੀਰੀਪੁਰ ਹੈ ਪੀਰੀਪੁਰ ਦਾ ਭਾਵ ਕਿ ਪੀਰਾਂ ਦੇ ਨਾਲ ਸੰਤਾਂ ਦੇ ਨਾਲ ਲਬਾ ਲਬ ਭਰਿਆ ਹੋਇਆ ਹੈ। ਨਹੀਂ ਸਮਾਈ ਰਾਵਰ ਕੇਰੀ। ਜੇ ਤੁਸੀਂ ਇੱਥੇ ਆਓਗੇ ਤੁਹਾਡੀ ਇਹਦੇ ਵਿੱਚ ਸਮਾਈ ਨਹੀਂ ਹੋਵੇਗੀ ਤੁਸੀਂ ਇਹਦੇ ਵਿੱਚ ਨਹੀਂ ਸਮਾ ਸਕਦੇ ਹੋ। ਗਮਨੋ ਅਪਰਥਾਨਪੁਰ ਹੇਰੀ। ਇਸ ਕਰਕੇ ਇੱਥੇ ਤੁਸੀਂ ਆਉਣ ਦਾ ਕਸ਼ਟ ਨਾ ਕਰਨਾ ਕਰੋ। ਮੁਲਤਾਨ ਤੋਂ ਬਾਰ-ਬਾਰੀ ਸਤਿਗੁਰੂ ਮਹਾਰਾਜ ਦੂਜੇ ਪਾਸੇ ਚੱਲ ਜਾਓ ਇੱਥੇ ਸਾਨੂੰ ਤੁਹਾਡੀ ਲੋੜ ਨਹੀਂ ਹੈ। ਇਹਨਾਂ ਨੇ ਪਿਆਰਿਓ ਦੁੱਧ ਕਟੋਰਾ ਭਰ ਲੈ ਆਈ ਤੇ ਦੁੱਧ ਦਾ ਕਟੋਰਾ ਭਰ ਕੇ ਜਦੋਂ ਲੈ ਕੇ ਆਏ ਤੇ ਉਹ ਨੱਕੋ ਨੱਕ ਭਰਿਆ ਹੋਇਆ ਸੀ ਦੁੱਧ ਦਾ ਕਟੋਰਾ ਦੁੱਧ ਦੇ ਨਾਲ। ਇਹਨਾਂ ਦਾ ਇਹ ਸੰਕੇਤ ਚੰਬੇਲੀ ਕੋ ਇੱਕ ਲੀਨਾ। ਮਹਾਰਾਜ ਜੀ ਨੇ ਆਪਣੇ ਬੁੱਕਲ ਦੇ ਵਿੱਚੋਂ ਤੇ ਉਹਦੇ ਵਿੱਚੋਂ ਮਹਾਰਾਜ ਜੀ ਨੇ ਇੱਕ ਚਮੇਲੀ ਦਾ ਫੁੱਲ ਜਿਹੜਾ ਮਹਾਰਾਜ ਜੀ ਨੇ ਕੱਢਣਾ ਕੀਤਾ। ਪਰ ਕਰਤੇ ਛੋੜਨ ਕੀਨਾ। ਸਤਿਗੁਰੂ ਮਹਾਰਾਜ ਦਾ ਭਰਿਆ ਹੋਇਆ ਸੀ ਇਹਨਾਂ ਨੇ ਸੰਕੇਤ ਦਿੱਤਾ ਸੀ ਨਾ ਤੇ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਦਾ ਜਵਾਬ ਗਿਆਨ ਦੇ ਵਿੱਚ ਸੰਕੇਤ ਦਾ ਜਵਾਬ ਮਹਾਰਾਜ ਜੀ ਨੇ ਸੰਕੇਤ ਦੇ ਵਿੱਚ ਦਿੱਤਾ। ਉਹ ਫੁੱਲ ਜਿਹੜਾ ਚਮੇਲੀ ਦਾ ਆਪਨੇ ਵੇਖਿਆ ਹੋਵੇਗਾ ਪਿਆਰਿਓ ਜੋ ਨਗਰ ਜਿਹੜਾ ਪੀਰੀਪੁਰ ਹੈ ਦੇ ਨਾਲ ਭਰਿਆ ਹੋਇਆ ਹੈ ਤੁਸੀਂ ਇਹਦੇ ਵਿੱਚ ਨਹੀਂ ਸਮਾ ਸਕਦੇ ਇੱਥੋਂ ਚੱਲ ਜਾਓ। ਲੇਕਿਨ ਆ ਫੁੱਲ ਜਿਹੜਾ ਹੈ ਫੁੱਲ ਇਹਦੇ ਵਿੱਚ ਸਮਾ ਗਿਆ ਇਹਦੇ ਵਿੱਚ ਤਰ ਗਿਆ ਭਾਵ ਕਿ ਫੁੱਲ ਨੂੰ ਰੱਖ ਦਿਓ ਫੁੱਲ ਡੁੱਬਦਾ ਨਹੀਂ ਹੈ। ਫੁੱਲ ਪਿਆਰਿਓ ਤਰ ਕਰਕੇ ਦੂਜੇ ਪਾਸੇ ਨਿਕਲ ਜਾਂਦਾ। ਲੇਕਿਨ ਬਾਟੇ ਵਿੱਚ ਮਹਾਰਾਜ ਜੀ ਨੇ ਰੱਖਿਆ ਇੱਕ ਪਾਸੇ ਰੱਖਿਆ ਤੇ ਫੁੱਲ ਜਿਹੜਾ ਹੌਲੀ ਹੌਲੀ ਦੂਜੇ ਪਾਸੇ ਕੰਡੇ ਲੱਗ ਗਿਆ। ਇਹਦਾ ਮਤਲਬ ਸੀ ਕਿ ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਉਣਾ ਹੈ ਅਸੀਂ ਤਾਂ ਭਾਈ ਬਸ ਇੱਥੋਂ ਜਾ ਰਹੇ ਸੀ ਤੇ ਇੱਥੋਂ ਅਸਾਂ ਨੇ ਨਿਕਲਦੇ ਅੱਗੇ ਨੂੰ ਚੱਲ ਜਾਣਾ। ਲੇਕਿਨ ਜਾਂਦੇ ਜਾਂਦੇ ਫੁੱਲ ਪਿਆਰਿਓ ਉਹਦੇ ਵਿੱਚ ਤਾਂ ਪਾ ਦਿੱਤਾ ਤੇ ਫੁੱਲ ਦੀ ਖੁਸ਼ਬੂ ਜੋ ਹੈ ਪੂਰੇ ਦੁੱਧ ਦੇ ਵਿੱਚ ਭਰ ਗਈ ਤੇ ਦੁੱਧ ਗਿਰਿਆ ਵੀ ਨਹੀਂ ਹੈ ਦੁੱਧ ਦੇ ਵਿੱਚ ਫੁੱਲ ਦੀ ਖੁਸ਼ਬੂ ਵੀ ਸਮਾ ਗਈ। ਮਹਾਰਾਜ ਜੀ ਦਾ ਕਹਿਣ ਦਾ ਮਤਲਬ ਅਸੀਂ ਰਹਿਣ ਵਾਸਤੇ ਨਹੀਂ ਆਉਣਾ ਇੱਥੋਂ ਮਹਾਰਾਜ ਜੀ ਨੇ ਕਿਹਾ ਅਸੀਂ ਵੀ ਲੰਘ ਜਾਣਾ ਹੈ ਲੇਕਿਨ ਜਾਂਦੇ ਜਾਂਦੇ ਤੁਹਾਨੂੰ ਵੀ ਅਸਾਂ ਨੇ ਭਗਤੀ ਦੀ ਸੁਗੰਧੀ ਦੇ ਦੇਣੀ ਹੈ। ਤਿਉ ਹਮਕੋ ਜਾਨੋ ਇਸ ਠੌਰੇ। ਇਸ ਤਰ੍ਹਾਂ ਹੀ ਤੁਸੀਂ ਸਾਨੂੰ ਇਸ ਠੌਰ ਤੇ ਜਾਣਨਾ ਕਰੋ। ਇਹ ਸਭ ਰੀਤ ਲਖੀ ਜਬ ਪੀਰਾ। ਜਦੋਂ ਉਥੋਂ ਦੇ ਪੀਰਾਂ ਨੇ ਜਦੋਂ ਬਾਟਾ ਲੈ ਕਰਕੇ ਉਹ ਵਾਪਸ ਆ ਗਏ ਉਹਨਾਂ ਨੇ ਜਿਹੜਾ ਸੰਕੇਤ ਕੀਤਾ ਜਦੋਂ ਸੰਕੇਤ ਦਾ ਜਵਾਬ ਉਹਨਾਂ ਨੂੰ ਪ੍ਰਾਪਤ ਹੋ ਗਿਆ ਇਹਦਾ ਹਵਾਲਾ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਕਿ ਬਾਬਾ ਕੀਤੀ ਸਿੱਧ ਗੋਸ਼ਟ ਸ਼ਬਦ ਸਾਤ ਸਿੱਧਾਂ ਵਿੱਚ ਆਈ ਜਿਣ ਵੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੜ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ ਜਿਉਂ ਗੰਗਾ ਦੇ ਵਿੱਚ ਸਮੁੰਦ ਸਮਾਈ ਤੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਿਆਰਿਓ ਗੰਗਾ ਸਮਾ ਜਾਂਦੀ ਹੈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇਹ ਚਮੇਲੀ ਦਾ ਫੁੱਲ ਉਹਦੇ ਵਿੱਚ ਪਾ ਦਿੱਤਾ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਦਾ ਬਚਨ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇੱਥੇ ਮੇਲੇ ਦੇ ਵਿੱਚ ਸਨ
ਅਚਲ ਦੇ ਮੇਲੇ ਦੇ ਵਿੱਚ ਜਿੱਥੇ ਸਿੱਧਾਂ ਦਾ ਬਹੁਤ ਵੱਡਾ ਮੇਲਾ ਲੱਗਿਆ, ਉਥੇ ਸਤਿਗੁਰੂ ਮਹਾਰਾਜ ਜੀ ਨੇ ਜਿਣ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ। ਮਹਾਰਾਜ ਜੀ ਨੇ ਉਥੇ ਮੇਲਾ ਜਿਹੜਾ ਗਿਆਨ ਦੇ ਨਾਲ ਜਿਤਨਾ ਕੀਤਾ, ਤੇ ਜੋ ਖੱਟ ਮਤ ਦੇ ਜੋ ਹਨ ਖੱਟ ਸ਼ਾਸਤਰੀ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਆਦੇਸ਼ ਦਿੱਤਾ, ਭਾਵ ਕਿ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ। ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ। ਫਿਰ ਮੇਲੇ ਤੋਂ ਮਹਾਰਾਜ ਜੀ ਉੱਠ ਕਰਕੇ ਮੁਲਤਾਨ ਦੀ ਜ਼ਿਆਰਤ ਦਾ ਮਤਲਬ ਕਿ ਯਾਤਰਾ ਕਰਨ ਵਾਸਤੇ, ਧਰਮ ਉਪਦੇਸ਼ ਦੇਣ ਦੇ ਵਾਸਤੇ ਸਤਿਗੁਰੂ ਮਹਾਰਾਜ ਮੁਲਤਾਨ ਦੇ ਵਿੱਚ ਪਹੁੰਚ ਗਏ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਜਦੋਂ ਉਥੋਂ ਦੇ ਪੀਰ ਨੂੰ ਪਤਾ ਚੱਲਿਆ, ਸ਼ਮਸ ਤਬਰੇਜ਼ ਨੂੰ ਪਤਾ ਚੱਲਿਆ, ਉਹਨੇ ਦੁੱਧ ਦਾ ਬਾਟਾ ਜਿਹੜਾ ਨਕੋ ਨੱਕ ਭਰਿਆ ਹੋਇਆ ਉਹ ਮਹਾਰਾਜ ਜੀ ਦੇ ਅੱਗੇ ਬਾਰ-ਬਾਰ ਪੇਸ਼ ਕਰਨਾ ਕੀਤਾ। ਬਾਬੇ ਕੜ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਬਾਬੇ ਨੇ ਕੀ ਕਰਨਾ ਕੀਤਾ, ਆਪਣੇ ਬਗਲ ਦੇ ਵਿੱਚੋਂ ਕੱਢ ਕਰਕੇ ਇੱਕ ਨਿੱਕਾ ਜਿਹਾ ਚਮੇਲੀ ਦਾ ਫੁੱਲ ਉਹ ਦੁੱਧ ਦੇ ਵਿੱਚ ਧਰ ਦਿੱਤਾ, ਤੇ ਦੁੱਧ ਦੇ ਵਿੱਚ ਉਹ ਜਿਹੜਾ ਪਿਆਰਿਓ ਚੰਬੇਲੀ ਦਾ ਫੁੱਲ ਤਰ ਗਿਆ, ਤੇ ਜਾਂਦੇ ਜਾਂਦੇ ਉਹਨੇ ਦੁੱਧ ਦੇ ਵਿੱਚ ਸੁਗੰਧੀ ਭਰ ਦਿੱਤੀ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਜਿਸ ਤਰ੍ਹਾਂ ਗੰਗਾ ਜਿਹੜੀ ਹੈ ਸਮੁੰਦਰ ਦੇ ਵਿੱਚ ਸਮਾ ਜਾਂਦੀ ਹੈ, ਭਾਰ ਨਹੀਂ ਲੱਗਦਾ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਉਹਨਾਂ ਦੇ ਵਿੱਚ ਸਮਾ ਕਰਕੇ ਉਥੋਂ ਨਿਕਲ ਕੇ ਵੀ ਗਏ, ਤੇ ਜਾਂਦੇ ਜਾਂਦੇ ਉਹਨਾਂ ਦੇ ਅੰਦਰ ਭਗਤੀ ਦੀ ਖੁਸ਼ਬੂ ਮਹਾਰਾਜ ਜੀ ਨੇ ਭਰ ਦਿੱਤੀ ਹੈ। ਜਾਣਿਓ ਮਨ ਮੈਂ ਗੁਨੀ ਗਹੀਰਾ। ਉਹ ਜੋ ਪੀਰ ਜਿਹੜੇ ਸਨ ਉਹ ਵੀ ਜਾਣ ਗਏ ਕਿ ਇਹ ਬਹੁਤ ਵੱਡੇ ਗੁਣੀ ਗਹੀਰ ਹਨ। ਰਾਕ ਸ਼ਮਸ ਨੇ ਗਿਰਾ ਉਚਾਰੀ। ਫਿਰ ਪਿਆਰਿਓ ਜੋ ਪਹਿਲਾਂ ਜੋ ਸ਼ਮਸ ਤਬਰੇਜ਼ ਨੇ ਬਚਨ ਕਰਨਾ ਕੀਤਾ, ਜਗਿਆ ਸੀ ਇੱਛਾ ਉਰਧਾਰੀ ਸ਼ੁਸ਼ਕ ਸ਼ਰੀਰ ਵਿਸਾਲ। ਉਹ ਬਚਨ ਕਰਦਾ ਕਹਿੰਦਾ ਕਿ ਭਾਈ ਮੈਨੇ ਬਹੁਤ ਜ਼ਿਆਦਾ ਕਠਿਨ ਤਪ ਕਰਨਾ ਕੀਤਾ, ਮੇਰਾ ਸੁਭਾਅ ਜਿਹੜਾ ਹੈ ਗਿਆ, ਨਾਸ਼ਨ ਮਾ ਸੁਭਾਅ ਬਣ ਗਿਆ, ਸਰੀਰ ਵੀ ਮੇਰਾ ਸੁੱਕ ਨਹੀਂ ਮਰਦਾ, ਉਹ ਤਾਂ ਸੁਰੱਖਿਅਤ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਜੋ ਕਿਛ ਕੀਆ ਸੋ ਮਨ ਕੀਆ। ਕਈ ਵਾਰੀ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਆ, ਕਈ ਕੀ ਕਰਦੇ ਹਨ, ਜਿਹੜੇ ਹਨ ਸਿਰ ਦੇ ਕੇਸਾਂ ਨੂੰ ਮੁੰਡ ਦਿੰਦੇ ਹਨ। ਸਿੱਖਾਂ ਦੇ ਵਿੱਚ ਪਿਆਰਿਓ ਇਹ ਬਹੁਤ ਵੱਡਾ ਬੱਜਰ ਪਾਪ ਹੈ, ਬੱਜਰ ਇਹ ਕੁਰੈਤ ਹੈ, ਕੇਸਾਂ ਦੀ ਬੇਦਬੀ ਕਰਨਾ। ਤੇ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਸਾਨੂੰ ਸੰਬੋਧਨ ਕੀਤਾ ਕਿ ਅਸਲ ਦੇ ਵਿੱਚ ਭਾਈ ਕੱਟਣਾ ਤਾਂ ਸੀ ਮਨ ਨੂੰ ਕੱਟਣਾ। ਜੇ ਤੂੰ ਮਨ ਹੀ ਰਾਮ ਨੂੰ ਕੱਟਦਾ, ਮਨ ਨੂੰ ਕੱਟ ਦਿੰਦੇ ਹੋ, ਤਾਂ ਅਸੀਂ ਮੰਨਦੇ ਕਿ ਠੀਕ ਹੈ ਭਾਈ ਇਹਨੇ ਮਨ ਨੂੰ ਕੱਟ ਦਿੱਤਾ, ਲੇਕਿਨ ਮਨ ਨੂੰ ਤਾਂ ਨਹੀਂ ਕੱਟਣਾ ਕੀਤਾ, ਮਨ ਨੂੰ ਤਾਂ ਨਾਸ਼ ਨਹੀਂ ਕੀਤਾ, ਤੇ ਆਪਣੇ ਕੇਸਾਂ ਨੂੰ ਤੂਨੇ ਨਾਸ਼ ਕਰ ਦਿੱਤਾ ਹੈ। ਕਬੀਰ ਸਾਹਿਬ ਜੀ ਬਚਨ ਕਰਨਾ ਕੀਤਾ ਕਿ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਮਨ ਦਾ ਮੁੰਜਨ ਕਰਨਾ ਸੀ, ਮਨ ਨੂੰ ਕੱਟਣਾ ਸੀ, ਲੇਕਿਨ ਮਨ ਨੂੰ ਤਾਂ ਤੂਨੇ ਨਹੀਂ ਕਰਨਾ ਕੀਤਾ, ਤੇ ਕੇਸ ਮੁੰਡਾਏ ਕਾਏ। ਆਪਣੇ ਸਰੀਰ ਦੇ ਉੱਤੇ ਜੋ ਰੱਬ ਨੇ ਜੋ ਸਾਬਤ ਸੂਰਤ ਦਿੱਤੀ ਹੈ, ਜੋ ਕੇਸ ਦਿੱਤੇ, ਤੂਨੇ ਆੜਾ ਮੁਸ਼ਹਿਰਾ, ਸਿਰ ਦੇ ਕੇਸ ਸਰੀਰ ਦੇ ਰੋਮਾਂ ਨੂੰ ਕੱਟ ਦੇਣਾ ਕੀਤਾ। ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਅਜਾਏ। ਭਾਈ ਜੋ ਕੁਛ ਵੀ ਕੀਤਾ ਨਾ ਉਹ ਤੇਰੇ ਮਨ ਨੇ ਕੀਤਾ ਹੈ, ਤੂਨੇ ਮਨ ਨੂੰ ਤਾਂ ਨਹੀਂ ਕੱਟਿਆ, ਤੇ ਵਿਅਰਥ ਦੇ ਵਿੱਚ ਕੇਸਾਂ ਨੂੰ ਤੂਨੇ ਕੱਟ ਦੇਣਾ ਕੀਤਾ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਜੇ ਬਰਮੀ ਨੂੰ ਮਾਰ ਮਾਰ ਕੇ ਢਹਾ ਦਿਓ, ਢੇਰੀ ਕਰ ਦਿਓ, ਇਹਦੇ ਨਾਲ ਅੰਦਰ ਦਾ ਸੱਪ ਨਹੀਂ ਮਰਦਾ। ਬਾਰੀ ਜਿਹੜੇ ਤਪ ਕਰਦੇ ਹਨ, ਕਠਿਨ ਸਾਧਨਾ ਕਰਦੇ, ਉਹ ਇਹੀ ਕਰਦੇ, ਉਹ ਮਰਮੀ ਨੂੰ ਮਾਰਦੇ ਹਨ, ਲੇਕਿਨ ਭਾਵੇਂ ਸਰੀਰ ਮਰ ਜਾਵੇਗਾ, ਬਰਮੀ ਜਿਹੜੀ ਹੈ ਖਤਮ ਹੋ ਜਾਵੇਗੀ, ਸਰੀਰ ਢੇਰੀ ਹੋ ਜਾਵੇਗਾ, ਲੇਕਿਨ ਅੰਦਰ ਦਾ ਸੱਪ ਜਿਹੜਾ ਮਨ ਰੂਪੀ, ਉਹਨੇ ਉਸ ਤਰ੍ਹਾਂ ਹੀ ਫੁਸਕਾਰੇ ਮਾਰਨੇ ਹਨ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਮਾਰਨਾ, ਤੇ ਅੰਦਰ ਦਾ ਜੋ ਸੱਪ ਕੁੰਡਲੀ ਮਾਰ ਕੇ ਬੈਠਿਆ ਮਨ ਜਿਹੜਾ, ਉਹਨੂੰ ਭਾਈ ਤੂੰ ਮਾਰਨਾ ਕਰ। ਮੰਤਰਣ ਸੋ ਬਸ ਹੋਵਤ ਸੋ। ਸੱਪ ਜਿਹੜਾ ਹੈ ਉਹ ਮੰਤਰਾਂ ਦੇ ਨਾਲ ਬਸ ਹੁੰਦਾ ਹੈ, ਔਰ ਉਪਾਅ ਨ ਤਾਂ ਕੋ ਉਹਦਾ ਔਰ ਕੋਈ ਉਪਾਅ ਨਹੀਂ ਹੈ। ਇਹ ਪਿਆਰਿਓ ਪਹਿਲੇ ਵਿਦਿਆ, ਅੱਜ ਵੀ ਕਈ ਇਹ ਵਿਦਿਆ ਨੂੰ ਜਾਣਦੇ ਪਤਾ ਨਹੀਂ, ਲੇਕਿਨ ਕੋਈ ਜਾਣਦੇ ਵੀ ਹੋਣਗੇ ਕਿ ਇਹਨਾਂ ਦੇ ਮੰਤਰ ਹੋਇਆ ਕਰਦੇ ਸਨ। ਗੁਰਬਾਣੀ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਕਿ ਮੰਤਰੀ ਹੋਏ ਅਠੂਹਿਆਂ ਨਾਗੀ ਲੱਗੈ ਜਾਏ।
ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਕਿ ਜਿਹੜਾ ਅਠੂਹਿਆਂ ਦਾ ਜੇ ਮੰਤਰੀ ਹੋਵੇ, ਭਾਵ ਕਿ ਜੋ ਬਿਛੂ ਜਦੋਂ ਡੰਗ ਮਾਰ ਦਵੇ ਉਹਦਾ ਵੀ ਕੋਈ ਮੰਤਰ ਜੰਤਰ ਕਰਦੇ ਹਨ, ਤੇ ਮੰਤਰ ਜਾਣਦਾ ਹੋਵੇ ਉਹ ਅਠੂਹਿਆਂ ਦਾ, ਠੂਹੇ ਦਾ ਉਹ ਮੰਤਰ ਜਾਣਦਾ ਹੋਵੇ, ਲੇਕਿਨ ਕਿ ਇਹਨੂੰ ਸੱਪ ਨੇ ਡੰਗ ਮਾਰ ਦਿੱਤੀ, ਉਹਨੂੰ ਜਾ ਕਰਕੇ ਮੰਤਰ ਪੜ੍ਹ ਦਵੇ, ਉਹਦਾ ਮੰਤਰ ਜਿਹੜਾ ਵਿਅਰਥ ਹੋ ਜਾਂਦਾ। ਕਹਿਣ ਦਾ ਭਾਵ ਮਹਾਰਾਜ ਜੀ ਨੇ ਸੰਕੇਤ ਦਿੱਤਾ ਕਿ ਇਹਦੇ ਵੀ ਮੰਤਰ ਹੁੰਦੇ ਸਨ। ਤੇ ਆ ਜਿਹੜਾ ਹੈ ਅਸਲ ਦੇ ਵਿੱਚ ਕਈ ਇਹ ਪਿਆਰਿਓ ਕਲਾ ਨੂੰ ਜਾਣਦੇ ਸਨ। ਕਈ ਜੋ ਸਪੇਰੇ ਆਦਿਕ ਕੀ ਕਰਦੇ, ਜਾ ਕਰਕੇ ਜਿੱਥੇ ਸੱਪ ਬੈਠ ਜਾਵੇ ਕੋਈ ਮੰਤਰ ਮਾਰ ਕਰਕੇ ਉਹਨੂੰ ਕੀਲ ਲੈਂਦੇ ਸਨ, ਜਿਹਦੇ ਨਾਲ ਸੱਪ ਜਿਹੜਾ ਆਪ ਸ਼ਾਂਤ ਹੋ ਜਾਂਦਾ। ਜਾਂ ਮੰਤਰ ਮਾਰ ਕਰਕੇ ਕੁਛ ਪਿਆਰਿਓ ਉੱਥੇ ਛਿੜਕਾ ਕਰ ਦਿੰਦੇ, ਉਦੋਂ ਬਾਹਰ ਜਿਹੜਾ ਸੱਪ ਨਹੀਂ ਜਾਣਦਾ, ਫਿਰ ਸ਼ਾਂਤ ਹੋ ਜਾਂਦਾ। ਉਹਨੂੰ ਚੰਗੀ ਤਰ੍ਹਾਂ ਫੜ ਕਰਕੇ ਉਹਨੂੰ ਫਿਰ ਬਸਤੇ ਵਿੱਚ ਪਾ ਕਰਕੇ ਦੂਜੇ ਪਾਸੇ ਉਹ ਸੁੱਟ ਕੇ ਆਉਂਦੇ ਸਨ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਬਰਮੀ ਨੂੰ ਮਾਰਨ ਦੇ ਨਾਲ ਸੱਪ ਨਹੀਂ ਮਰਦਾ, ਇਹ ਸੱਪ ਜਿਹੜਾ ਮੰਤਰ ਦੇ ਨਾਲ ਬਸ ਵਿੱਚ ਆਉਂਦਾ ਹੈ। ਤਪ ਸਾਧੈ ਮਨ ਬਸ ਨਹਿ ਆਵਹਿ। ਭਾਵੇਂ ਜਿੰਨਾ ਮਰਜੀ ਤੂੰ ਤਪ ਕਰਦਾ ਕਰ, ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਭਾਵੇਂ ਤੂੰ ਜਿੰਨਾ ਮਰਜੀ ਤਪ ਕਰ ਲੈਣਾ ਕਰ, ਇਹ ਤਪ ਕਰਨ ਦੇ ਨਾਲ ਮਨ ਬਸ ਦੇ ਵਿੱਚ ਨਹੀਂ ਆਉਂਦਾ। ਮਨ ਚੰਚਲ ਦਸ ਹੂੰ ਦੇਸ਼ ਧਾਵਹਿ। ਮਨ ਤਾਂ ਚੰਚਲ ਹੈ ਭਾਈ, ਇਹਨੇ 10 ਦਿਸ਼ਾਵਾਂ ਦੇ ਵੱਲ ਦੌੜਨਾ ਹੈ। ਤਿਉ ਤਿਉ ਚਾਹਤ ਮਾਨ ਵਡਾਈ। ਜਿਸ ਤਰ੍ਹਾਂ ਇਹ ਮਨ ਦੌੜਦਾ ਨਾ, ਇਹ ਇਹੀ ਚਾਹੁੰਦਾ ਮੈਂ ਕਰਕੇ ਤਪ ਕਰਦਾ ਨਾ, ਤੇ ਹਿੱਤ ਲਾਉਂਦਾ, ਇਹਦੇ ਮਨ ਦੀ ਭਾਵਨਾ ਔਰ ਵੱਧ ਜਾਂਦੀ ਹੈ। ਮਨ ਵਿੱਚ ਸੋਚਦਾ ਕਿ ਭਾਈ ਮੈਨੂੰ ਔਰ ਜ਼ਿਆਦਾ ਜਿਹੜਾ ਹੈ ਮੇਰੀ ਵਡਿਆਈ ਹੋਵੇ, ਮੇਰੀ ਲੋਕਾਂ ਦੇ ਵਿੱਚ ਮਨੌਤ ਵੱਡੇ। ਦੋਹਰਾ ਸਤਿਗੁਰੂ ਸ਼ਬਦ ਵਿਚਾਰਨੋ, ਮੰਤਰ ਪਛਾਨੋ ਸੋਏ। ਸਤਿਗੁਰੂ ਮਹਾਰਾਜ ਜੀ ਨੇ ਇਹ ਬਾਹਰੀ ਦ੍ਰਿਸ਼ਟਾਂਤ ਦੇ ਕਰਕੇ ਕਹਿ ਦਿੱਤਾ, ਸਮਝਾਇਆ ਕਿ ਬਰਮੀ ਨੂੰ ਮਾਰਨ ਦੇ ਨਾਲ ਸੱਪ ਨਹੀਂ ਮਰਦਾ, ਸਰੀਰ ਨੂੰ ਮਾਰਨ ਦੇ ਨਾਲ ਇਹ ਮਨ ਰੂਪੀ ਸੱਪ ਨਹੀਂ ਮਰਦਾ, ਇਹਨੂੰ ਮੰਤਰ ਦੇ ਨਾਲ ਵਸ ਕਰਨਾ ਪੈਂਦਾ। ਬਾਹਰੀ ਸੱਪ ਨੂੰ ਵੀ ਮੰਤਰ ਦੇ ਨਾਲ ਵਸ ਕਰਨਾ ਪੈਂਦਾ, ਉਹਨੂੰ ਕੀਲਣਾ ਪੈਂਦਾ। ਇਸ ਤਰ੍ਹਾਂ ਹੀ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਜੋ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਜਿਹੜਾ ਹੈ, ਵਾਹਿਗੁਰੂ ਗੁਰ ਮੰਤਰ ਲੈ ਪਿਰਮ ਪਿਆਲਾ ਚੁੱਪ ਚਬੋਲਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਗੁਰੂ ਕਾ ਮੰਤਰ ਜਿਹੜਾ ਹੈ ਤੂੰ ਆਪਣੇ ਮਨ ਰੂਪੀ ਸੱਪ ਨੂੰ ਦੇਣਾ ਕਰ, ਜਿਸ ਕਰਕੇ ਤੇਰਾ ਮਨ ਰੂਪੀ ਸੱਪ ਸ਼ਾਂਤ ਹੋ ਜਾਵੇਗਾ, ਇਹ ਵਸ ਦੇ ਵਿੱਚ ਆ ਜਾਵੇਗਾ। ਤਹਿ ਸੋ ਇਹ ਬਸ ਹੋਤ ਹੈ ਔਰ ਉਪਾਵ ਨਾ ਕੋਈ। ਇਹੀ ਇੱਕ ਇਹਦਾ ਉਪਾਵ ਹੈ ਮਨ ਨੂੰ ਬਸ ਕਰਨ ਦਾ, ਇਹ ਤੋਂ ਇਲਾਵਾ ਔਰ ਕੋਈ ਉਪਾਅ ਨਹੀਂ ਹੈ। ਭਾਵ ਕਿ ਦੂਜੇ ਜਪ ਤਪ ਕਰੇਗਾ, ਜੇ ਤੂੰ ਸਖਤ ਸਾਧਨਾ ਕਰੇਗਾ, ਇਹਦੇ ਨਾਲ ਤੇਰਾ ਸਰੀਰ ਗਰਕ ਜਾਵੇਗਾ, ਲੇਕਿਨ ਮਨ ਨੇ ਵਸ ਵਿੱਚ ਨਹੀਂ ਆਉਣਾ ਹੈ। ਚੌਪਈ ਬੂਝੈ ਸ਼ਮਸ਼ ਸ਼ਬਦ ਕੋ ਕੌਣ। ਅੱਗੋਂ ਸ਼ਮਸ ਤਬਰੇਜ਼ ਜੀ ਪੁੱਛਦੇ ਹਨ ਕਿ ਸਤਿਗੁਰੂ ਮਹਾਰਾਜ ਗੱਲ ਦਾ ਪਤਾ ਚੱਲ ਗਿਆ ਕਿ ਸ਼ਬਦ ਦੇ ਕਰਕੇ ਇਹ ਮਨ ਵਸ ਵਿੱਚ ਆ ਜਾਂਦਾ, ਲੇਕਿਨ ਉਹ ਸ਼ਬਦ ਕਿਹੜਾ ਹੈ? ਸੁਨ ਬੋਲੇ ਗੁਰ ਕਰੁਣਾ ਭਾਨ। ਸੁਨ ਕਰਕੇ ਕਰੁਣਾ ਨਿਧਾਨ। ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ, ਜਗ ਝੂਠੋ ਐਸੋ ਡਿਠ ਜਾਣਾ। ਜਗ ਝੂਠੋ, ਜਗ ਜਿਹੜਾ ਹੈ ਝੂਠਾ ਹੈ ਭਾਈ, ਇਹ ਨਾਸ਼ਵੰਤ ਹੈ। ਜਿਹਨੇ ਇਹ ਬਚਨ ਜਿਹੜਾ ਮਨ ਵਿੱਚ ਦ੍ਰਿੜ ਕਰਕੇ ਧਾਰਨ ਕਰਨਾ ਕੀਤਾ। ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ। ਜਿਸ ਤਰ੍ਹਾਂ ਮ੍ਰਿਗ ਨੂੰ ਜਦੋਂ ਤ੍ਰਿਸ਼ਨਾ ਲੱਗਦੀ ਹੈ ਨਾ, ਤੇ ਫਿਰ ਉਹ ਕਿਸ ਤਰ੍ਹਾਂ ਪਾਣੀ ਦੀ ਭਾਲ ਕਰਦਾ, ਨੀਰ ਦੀ ਭਾਲ ਕਰਦਾ। ਤਹਿ ਸੋ ਕਛ ਸੰਕਲਪ ਨਾ ਕਰੀਏ। ਇਸ ਕਰਕੇ ਮਨ ਕਰਕੇ ਭਾਈ ਤੂੰ ਕੋਈ ਸੰਕਲਪ ਨਾ ਕਰਨਾ ਕਰ। ਝੂਠ ਜਾਨ ਮਨ ਤੇ ਪਰ ਹਰੀਏ। ਇਹ ਸਭ ਝੂਠ ਜਾਣ ਕਰਕੇ ਮਨ ਦੇ ਵਿੱਚੋਂ ਇਹ ਸੰਕਲਪਾਂ ਦਾ ਤਿਆਗ ਕਰ ਦੇਣਾ ਚਾਹੀਦਾ, ਇਹਦੀ ਨਿਵਰਤੀ ਕਰਨੀ ਚਾਹੀਦੀ ਹੈ। ਮ੍ਰਿਗ ਤ੍ਰਿਸ਼ਨਾ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਬਹੁਤ ਥਾਵਾਂ ਤੇ ਬਚਨ ਕਰਨਾ ਕੀਤਾ। ਇਹ ਮਾਰੂ ਅਸਥਾਨ ਜੋ ਹੁੰਦੇ ਹਨ, ਰੇਤਲੇ ਅਸਥਾਨ ਹੁੰਦੇ, ਉਥੇ ਪਿਆਰਿਓ ਗਰਮੀ ਦੀ ਜਦੋਂ ਰੁੱਤ ਆਉਂਦੀ ਹੈ, ਸੂਰਜ ਜਦੋਂ ਬਹੁਤ ਜ਼ਿਆਦਾ ਤਪ ਜਾਂਦਾ, ਹਿਰਨਾਂ ਨੂੰ ਤਾਂ ਛੱਡ ਦਿਓ ਪਿਆਰਿਓ, ਬੰਦੇ ਨੂੰ ਵੀ ਭੁਲੇਖਾ ਪੈ ਜਾਂਦਾ। ਕਈ ਵਾਰੀ ਤਪ ਦੀ ਧੁੱਪ ਹੋਵੇ
ਆਪਾਂ ਸੜਕਾਂ ਤੇ ਲੌਂਗ ਟੂਰ ਦੇ ਨਿਕਲਦੇ ਆ, ਜਿਹੜੇ ਡਰਾਈਵਰ ਹੁੰਦੇ ਉਹਨਾਂ ਨੂੰ ਇਸ ਗੱਲ ਦਾ ਖਾਸਾ ਅਨੁਭਵ ਹੁੰਦਾ ਕਿ ਸੜਕ ਜਿਹੜੀ ਆ ਦੂਰ ਜਾ ਕਰਕੇ ਜਦੋਂ ਬਹੁਤ ਤੇਜ਼ ਰੋਸ਼ਨੀ ਪਵੇ ਨਾ, ਤੇ ਫਿਰ ਜਦੋਂ ਧਰਤੀ ਦੀ ਭਾਂਫ ਨਿਕਲਦੀ ਹੈ ਇੰਜ ਲੱਗਦਾ ਕਿ ਭਾਈ ਅੱਗੇ ਸੜਕ ਦੇ ਵਿੱਚ ਪਾਣੀ ਪਿਆ ਹੋਇਆ, ਲੇਕਿਨ ਪਿਆਰਿਓ ਪਾਣੀ ਨਹੀਂ ਹੁੰਦਾ, ਸਿੱਧੀ ਸੜਕ ਹੁੰਦੀ ਆ, ਸੁੱਕੀ ਸੜਕ ਹੁੰਦੀ ਹੈ। ਹਿਰਨਾਂ ਨੂੰ ਵੀ ਪਿਆਰਿਓ ਇਹ ਭੁਲੇਖਾ ਪੈ ਜਾਂਦਾ, ਜਦੋਂ ਹਿਰਨ ਨੂੰ ਪਿਆਸ ਲੱਗਦੀ ਮਰੂ ਅਸਥਾਨ ਦੇ ਵਿੱਚ ਉਹ ਆਪਣੀ ਧੌਣ ਚੁੱਕ ਕਰਕੇ ਤਾਂ ਨੂੰ ਵੇਖਦਾ, ਉਹਨੂੰ ਲੱਗਦਾ ਕਿ ਭਾਈ ਕੁਝ ਫਰਲਾਂਗ ਦੇ ਉੱਤੇ ਜਲ ਪਿਆ ਹੋਇਆ, ਉਹ ਹਿਰਨ ਦੌੜੀ ਜਾਂਦਾ, ਉੱਥੇ ਜਦੋਂ ਜਾਂਦਾ ਜਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਫਿਰ ਉੱਥੋਂ ਤਾਂ ਚੱਕ ਕੇ ਵੇਖਦਾ ਜਲ ਅੱਗੇ ਨਜ਼ਰ ਆਉਂਦਾ, ਇਹ ਦੌੜ ਦੌੜ ਕਰਕੇ ਥੱਕ ਜਾਂਦਾ, ਖਤਮ ਹੋ ਜਾਂਦਾ, ਲੇਕਿਨ ਉਹਨੂੰ ਜਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਜਲ ਜਿਹੜਾ ਝੂਠਾ ਹੁੰਦਾ, ਇਹਨੂੰ ਮਹਾਰਾਜ ਜੀ ਨੇ ਮ੍ਰਿਗ ਤ੍ਰਿਸ਼ਨਾ ਕਰਕੇ ਬਚਨ ਕੀਤਾ। ਸਸੇ ਸਿੰਘ ਧਨ ਲੈ ਕਰ ਮਾਹੀ। ਹੁਣ ਦੂਜਾ ਮਹਾਰਾਜ ਜੀ ਨੇ ਬਚਨ ਦ੍ਰਿਸ਼ਟਾਂਤ ਦਿੱਤਾ ਕਿ ਮ੍ਰਿਗ ਤ੍ਰਿਸ਼ਨਾ ਜਿਹੜੀ ਹੈ, ਮ੍ਰਿਗ ਨੂੰ ਤ੍ਰਿਸ਼ਨਾ ਲੱਗ ਜਾਵੇ, ਮਰੂ ਅਸਥਾਨ ਦੇ ਵਿੱਚ ਪਾਣੀ ਨਜ਼ਰ ਆਉਂਦਾ, ਲੇਕਿਨ ਉਹ ਪਾਣੀ ਝੂਠਾ ਹੈ, ਗਲਤ ਹੈ। ਤੇ ਦੂਜਾ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਿਸ ਤਰ੍ਹਾਂ ਕਿ ਸੱਸੇ ਸਿੰਘ, ਉਹਨਾਂ ਨੂੰ ਵੇਖ ਕਰਕੇ ਭਰਮ ਪੈ ਜਾਂਦਾ ਕਿ ਇਹ ਜੋ ਸਾਹਾ ਜੋ ਹੈ ਖਰਗੋਸ਼ ਨੂੰ ਸਿੰਘ ਲੱਗ ਗਏ, ਲੇਕਿਨ ਜਿੰਨਾ ਮਰਜੀ ਉਹਦੀ ਕਲਪਨਾ ਕਰ ਲਿਓ, ਕਈ ਕਹਿੰਦੇ ਕਿ ਭਾਈ ਆ ਸੱਸੇ ਦਾ ਸਿੰਘ ਜਿਹੜਾ ਉਹਨੂੰ ਤੋੜ ਕਰਕੇ ਆਪਾਂ ਨੇ ਤਨਖ ਬਾਣ ਬਣਾਉਣਾ ਹੈ ਤੇ ਤਨਖ ਦੇ ਉੱਤੇ ਫਿਰ ਤੀਰ ਰੱਖ ਰੱਖ ਕਰਕੇ ਚਲਾਉਣਾ, ਲੇਕਿਨ ਪਿਆਰਿਓ ਇਹ ਸਭ ਹੈ ਤਾਂ ਵਿਅਰਥ। ਮੂਲ ਗੱਲ ਹੈ ਕਿ ਜੋ ਖਰਗੋਸ਼ ਹੁੰਦਾ, ਸੱਸਾ ਜਿਹੜਾ ਹੁੰਦਾ, ਉਹਦੇ ਸਿਰ ਦੇ ਉੱਤੇ ਸਿੰਘ ਨਹੀਂ ਹੁੰਦੇ ਹਨ, ਉਹਦੇ ਉੱਤੇ ਜਿੰਨਾ ਮਰਜੀ ਤੁਸੀਂ ਕਲਪਨਾ ਕਰਦੇ ਹੋ ਉਹ ਸਭ ਝੂਠੀ ਹੁੰਦੀ ਹੈ। ਰਿਪ ਜੀਤਨ ਇਛ ਕੋ ਨਾ ਕਰਾਹੀ। ਤੇ ਉਹ ਸੱਸੇ ਦੇ ਸਿੰਘਾਂ ਨੂੰ ਤੋੜ ਕਰਕੇ ਧਨੁਖ ਬਣਾ ਕਰਕੇ ਤੁਸੀਂ ਕਹੋ ਕਿ ਮੈਂ ਵੈਰੀਆਂ ਦੇ ਉੱਤੇ ਚੜਾਈ ਕਰਕੇ ਇਹ ਧਨੁਖ ਦੇ ਉੱਤੇ ਤੀਰਾਂ ਨੂੰ ਸੰਦ ਸੰਦ ਕੇ ਚਲਾਉਣਾ, ਵੈਰੀ ਨੂੰ ਮਾਰ ਦੇਣਾ, ਇਹ ਸਭ ਵਿਅਰਥ ਚੱਲ ਜਾਂਦਾ। ਹਰੀ ਲਤਾ ਵੀ ਬੀਚ ਆਕਾਸ਼ਾ। ਤੀਜਾ ਦ੍ਰਿਸ਼ਟਾਂਤ ਮਹਾਰਾਜ ਜੀ ਨੇ ਦਿੱਤਾ, ਇਹ ਨਸ਼ਵਰਤਾ ਦਾ, ਇਹ ਝੂਠੇ ਪ੍ਰਮਾਣ ਹਨ, ਇਹਦੇ ਵਿੱਚ ਸੱਚਾਈ ਨਹੀਂ ਹੁੰਦੀ ਹੈ। ਕੋਈ ਕਹਿ ਦਵੇ ਕਿ ਬੇਲ ਜਿਹੜੀ ਹੈ, ਬੇਲ ਪਿਆਰਿਓ ਦਰਖਤ ਦੇ ਉੱਤੇ ਚੜਦੀ ਹੈ, ਬੇਲ ਕਦੇ ਆਪਨੇ ਵੇਖਿਆ ਹੋਵੇਗਾ, ਬੇਲ ਤੇ ਕੋਈ ਮਕਾਨ, ਕੋਈ ਸਹਾਰਾ ਮਿਲ ਜਾਵੇ, ਉਹ ਸਹਾਰੇ ਦੇ ਉੱਤੇ ਪੈਰ ਪਸਾਰ ਕਰਕੇ ਵੇਲਾਂ ਚੜ ਜਾਂਦੀਆਂ, ਫੁੱਲਾਂ ਦੀਆਂ ਵੇਲਾਂ ਹੁੰਦੀਆਂ, ਸਬਜ਼ੀ ਦੀਆਂ ਵੀ ਕੁਝ ਵੇਲਾਂ ਹੁੰਦੀਆਂ, ਲੇਕਿਨ ਉਹਨੂੰ ਕੋਈ ਸਹਾਰਾ ਜੇ ਮਿਲੇ ਉਹ ਸਹਾਰੇ ਦੇ ਉੱਤੇ ਤਾਂ ਚੜਦੀਆਂ। ਕਦੇ ਵੇਖਿਆ ਕਿ ਭਾਈ ਬੇਲ ਨੂੰ ਸਹਾਰਾ ਨਾ ਪ੍ਰਾਪਤ ਹੋਇਆ, ਐਨ ਸਿੱਧੀ ਬੇਲ ਆਕਾਸ਼ ਨੂੰ ਚੜ ਗਈ ਦਰਖਤ ਦੇ ਵਾਂਗੂ, ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ, ਇਹ ਵੀ ਝੂਠੀ ਹੈ ਗੱਲ। ਕਿਸਕੇ ਪੁਸ਼ਪ ਕੌਣ ਕਰ ਆਸ਼ਾ। ਕੋਈ ਕਵੇ ਕਿ ਬੇਲ ਲੱਗ ਗਈ ਹੈ ਜੀ, ਫੁੱਲਾਂ ਦੀ ਬੇਲ, ਚਮੇਲੀ ਦੀ ਬੇਲ ਲੱਗ ਗਈ, ਆਕਾਸ਼ ਨੂੰ ਚੜ ਗਈ, ਕੋਈ ਸਹਾਰਾ ਨਹੀਂ ਹੈ, ਉਹਦੇ ਫੁੱਲ ਆਕਾਸ਼ ਨੂੰ ਜਾ ਕਰਕੇ ਲੱਗ ਗਏ, ਮੈਂ ਜਾ ਕਰਕੇ ਉਹ ਫੁੱਲ ਤੋੜ ਕੇ ਲੈ ਕੇ ਆਵਾਂ, ਇਹ ਸਭ ਵਿਅਰਥ ਹੈ, ਝੂਠਾ ਹੈ। ਹਰ ਚੰਦੌਰੀ ਕੇਰ ਬਜ਼ਾਰਾ। ਕਈ ਵਾਰੀ ਹਰ ਚੰਦੌਰੀ ਜੋ ਹੈ, ਇਹਨੂੰ ਸਮਝਣ ਦੇ ਵਾਸਤੇ ਆਪਾਂ ਇਹਨੂੰ ਪ੍ਰੈਕਟੀਕਲੀ ਸਮਝਣਾ ਹੋਵੇ। ਹੁਣ ਜਿਹੜਾ ਮੌਸਮ ਚੱਲ ਰਿਹਾ ਨਾ, ਸਿਆਲਾਂ ਦੀ ਰੁੱਤ ਦੇ ਵਿੱਚ ਵੀ ਪਿਆਰਿਓ ਬੱਦਲ ਨਹੀਂ ਬਣਦੇ ਹਨ, ਅੱਤ ਦੀ ਗਰਮੀ ਦੇ ਵਿੱਚ ਵੀ ਪਿਆਰਿਓ ਬਦਲੀਆਂ ਨਹੀਂ ਬਣਦੀਆਂ। ਇਹ ਹੁਣ ਜਦੋਂ ਦਰਮਿਆਨਾ ਮੌਸਮ ਹੁੰਦਾ, ਜਦੋਂ ਰੁੱਤ ਬਦਲਦੀ ਹੈ, ਬਰਖਾ ਰੁੱਤ ਤੋਂ ਜਦੋਂ ਰੁੱਤ ਜਿਹੜੀ ਗਰਮੀ ਦੀ ਰੁੱਤ ਤੋਂ ਜਦੋਂ ਬਰਖਾ ਰੁੱਤ ਦੇ ਵਿੱਚ ਜਦੋਂ ਮੌਸਮ ਤਬਦੀਲ ਹੁੰਦਾ, ਕਈ ਪਿਆਰਿਓ ਬੱਦਲ ਬਣ ਜਾਂਦੇ। ਹੁਣੇ ਬਾਰ-ਬਾਰ ਜਾ ਕਰਕੇ ਆਪ ਜੀ ਵੇਖੋ, ਕਈ ਬਦਲੀਆਂ ਬਣ ਜਾਂਦੀਆਂ, ਇੰਜ ਲੱਗਦਾ ਕਿ ਭਾਈ ਕੋਈ ਬਾਜ਼ਾਰ ਲੱਗਿਆ ਹੋਇਆ, ਕੋਈ ਬੰਦਾ ਇੱਥੇ ਬੈਠਿਆ, ਕੋਈ ਉੱਥੇ ਬੈਠਿਆ ਹੋਇਆ, ਆਕਾਸ਼ ਦੇ ਵਿੱਚ ਕੋਈ ਆਕਾਰ ਬਣ ਜਾਂਦਾ, ਇੰਜ ਲੱਗਦਾ ਕਿ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ ਹੈ। ਪੁਰੇ ਨਾ ਕਹਿ ਕਰਨੋ ਵਿਵਹਾਰਾ। ਕੋਈ ਜਾ ਕਰਕੇ ਤੁਸੀਂ ਬੋਲੋ ਜੀ ਆਕਾਸ਼ ਦੇ ਵਿੱਚ ਤਾਂ ਬਹੁਤ ਵੱਡਾ ਬਾਜ਼ਾਰ ਲੱਗ ਗਿਆ, ਸੁਪਰ ਮਾਰਕੀਟ ਲੱਗ ਗਿਆ, ਚਲੋ ਆਪਾਂ ਚੱਲ ਕਰਕੇ ਕੁਝ ਵਪਾਰ ਉੱਥੇ ਕਰਨਾ ਕਰੀਏ, ਜੋ ਮਰਜੀ ਯਤਨ ਕਰ ਲਿਓ ਭਾਈ, ਲੇਕਿਨ ਤੁਸੀਂ ਉੱਥੇ ਜਾ ਕਰਕੇ ਕੋਈ ਵਪਾਰ ਨਹੀਂ ਕਰ ਸਕਦੇ, ਕਿਉਂਕਿ ਹਰ ਚੰਦੌਰੀ ਝਾਥ ਵਸਾਏ ਉਚਾਲੀ ਅੰਨ।
ਇਹ ਵਸਦੀਆਂ ਤੇ ਖੁਦ ਬਾ ਖੁਦ ਖਤਮ ਹੋ ਜਾਂਦੀਆਂ। ਇਹ ਨਸ਼ਵਰ ਹੈ, ਇਹ ਝੂਠ ਹੈ। ਤਿਉ ਅਸਤ ਲਖ ਜਗ ਪਰ ਪੰਚਾ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇਹ ਜੋ ਦ੍ਰਿਸ਼ਟਾਂਤ ਦਿੱਤਾ, ਮ੍ਰਿਗ ਤ੍ਰਿਸ਼ਨਾ ਦਾ ਪਹਿਲਾ ਦ੍ਰਿਸ਼ਟਾਂਤ ਦਿੱਤਾ, ਸਸੇ ਦੇ ਸਿੰਘ ਦਾ ਦ੍ਰਿਸ਼ਟਾਂਤ ਦਿੱਤਾ, ਤੀਜਾ ਬਚਨ ਸਤਿਗੁਰੂ ਮਹਾਰਾਜ ਜੀ ਨੇ ਹਰੀ ਲਤਾ ਦਾ, ਜੋ ਵੇਲ ਆਕਾਸ਼ ਦੇ ਵਿੱਚ ਚੜ੍ਹਦੀ ਹੈ, ਉਹਦਾ ਦ੍ਰਿਸ਼ਟਾਂਤ ਦਿੱਤਾ। ਹਰ ਚੌਂਦੌਰੀ ਦਾ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਤੇ ਕਿਹਾ ਕਿ ਇਹ ਸਭ ਅਸਤ ਹੈ। ਜਿਸ ਤਰ੍ਹਾਂ ਇਹ ਦ੍ਰਿਸ਼ਟਾਂਤ ਅਸਤ ਹੈ, ਇਸ ਤਰ੍ਹਾਂ ਸੰਸਾਰ ਦਾ ਇਹ ਪਰਪੰਚ ਜਿਹੜਾ ਹੈ, ਇਹ ਸਾਰਾ ਪਰਪੰਚ ਇਹ ਝੂਠਾ ਹੈ, ਇਹ ਨਸ਼ਵਰ ਹੈ। ਕਿਉ ਸੰਕਲਪ ਉਠਾਵਹਿ ਰੰਚਾ। ਇਸ ਕਰਕੇ ਭਾਈ ਤੂੰ ਆਪਣਾ ਜੋ ਹੈ ਥੋੜਾ ਵੀ ਇਹਦੇ ਉੱਤੇ ਸੰਕਲਪ ਨਾ ਕਰਨਾ ਕਰੋ ਕਿ ਜਿਸ ਤਰ੍ਹਾਂ ਇਹ ਸਾਰੇ ਦ੍ਰਿਸ਼ਟਾਂਤ ਵਿਅਰਥ ਹਨ, ਝੂਠੇ ਹਨ, ਇਸ ਤਰ੍ਹਾਂ ਹੀ ਇਹ ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਜੈਸੇ ਜਲ ਤੇ ਬੁੱਧਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ। ਕਹੁ ਨਾਨਕ ਜਲ ਦੇ ਵਿੱਚ ਜਿਹੜੇ ਬੁੱਧਬਦੇ ਉੱਠਦੇ ਹਨ, ਫੇਨ ਉੱਠਦੀ ਹੈ, ਉਹਦਾ ਦ੍ਰਿਸ਼ਟਾਂਤ ਦੇ ਕਰਕੇ ਇਹੀ ਸਮਝਾਇਆ ਕਿ ਇਸ ਤਰ੍ਹਾਂ ਹੀ ਇਹ ਸੰਸਾਰ ਜਿਹੜਾ ਨਸ਼ਵਰ ਹੈ, ਨਾਸ਼ ਹੋ ਜਾਣ ਵਾਲਾ ਹੈ। ਸਤਿਗੁਰ ਬਚਨ ਹਿਰਦੈ ਦ੍ਰਿੜ ਧਾਰਾ। ਇਹ ਮਹਾਰਾਜ ਜੀ ਦਾ ਬਚਨ ਜਿਹੜਾ ਹੈ, ਸ਼ਮਸ ਤਬਰੇਜ਼ ਜੀ ਨੇ ਮਨ ਦੇ ਵਿੱਚ ਦ੍ਰਿੜ ਹੋ ਕਰਕੇ ਧਾਰਨ ਕਰਨਾ ਕੀਤਾ। ਸ਼ੁੱਧ ਆਤਮੈ ਜਗਤ ਵਿਸਾਰਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸ਼ੁੱਧ ਆਤਮੈ ਜਗਤ ਵਿਸਾਰਾ। ਸ਼ੁੱਧ ਆਤਮਾ ਨੇ ਇਹ ਜਗਤ ਨੂੰ ਵਿਸਾਰ ਦਿੱਤਾ ਹੈ। ਭਾਵ ਕਿ ਇਹਦੇ ਦੋ ਅਰਥ ਹਨ। ਸ਼ੁੱਧ ਆਤਮਾ ਨੂੰ ਜੇ ਤੁਹਾਡੀ ਪ੍ਰਾਪਤੀ ਹੋ ਜਾਵੇਗੀ ਤੇ ਜਗਤ ਖਤਮ ਹੋ ਜਾਵੇਗਾ। ਲੇਕਿਨ ਜੇ ਤੁਸੀਂ ਜਗਤ ਨੂੰ ਧਾਰਨ ਕਰੋਗੇ ਤੇ ਸ਼ੁੱਧ ਆਤਮਾ ਜਿਹੜੀ ਹੈ ਉਹ ਤੁਹਾਡੇ ਤੋਂ ਵਿਸਾਰ ਦਿੱਤੀ ਜਾਵੇਗੀ। ਇੱਥੋਂ ਤੱਕ ਹੀ ਪਿਆਰਿਓ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਇਤਿਹਾਸ ਨੂੰ ਸਰਵਣ ਕਰਨਾ। ਹੁਣ ਅੱਗੋਂ ਇਹ ਕਿਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਸਾਰਿਆਂ ਦੇ ਤਾਈ ਪਿਆਰਿਓ ਤਖਤ ਸਾਹਿਬ ਜੀ ਦੇ ਪ੍ਰਬੰਧਕੀ ਬੋਰਡ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਬਹੁਤ ਵੱਡੇ ਵਿਕਾਸ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਬਹੁ ਮੰਜ਼ਲਾ ਇਮਾਰਤ ਮਾਤਾ ਗੁਜਰੀ ਜੀ ਕੰਪਲੈਕਸ ਦੇ ਨਾਮ ਦੇ ਉੱਤੇ ਇਹ ਬਣਾਈ ਜਾਵੇਗੀ। 650 ਦੇ ਕਰੀਬ ਜਿਹਦੇ ਵਿੱਚ ਕਮਰੇ ਹੋਣਗੇ, ਡੀਲਕਸ ਕਮਰੇ, ਬਹੁਤ ਵਧੀਆ 7 ਸਿਤਾਰਾ ਹੋਟਲ ਦੇ ਵਿੱਚ ਜਿਸ ਤਰ੍ਹਾਂ ਸੁਵਿਧਾ ਦਿੱਤੀ ਜਾਂਦੀ ਹੈ, ਉਸ ਪੈਮਾਨਿਆਂ ਦੇ ਉਹਨਾਂ ਨੂੰ ਰੱਖ ਕਰਕੇ ਕਮਰੇ ਬਣਾਏ ਜਾਣਗੇ। ਇਹਦੀ ਭੇਟਾ 15 ਲੱਖ ਰੁਪਈਆ ਇੱਕ ਕਮਰੇ ਦੀ ਭੇਟਾ। ਪੂਰੀ ਬਿਲਡਿੰਗ ਦੀ ਲਾਗਤ 110 ਕਰੋੜ ਦੀ ਲਾਗਤ ਦੇ ਨਾਲ ਇਹ ਸਰਾਂ ਜਿਹੜੀ ਹੈ ਬਹੁ ਮੰਜ਼ਲਾ ਇਮਾਰਤ ਬਣਾਈ ਜਾਵੇਗੀ। ਇਹਦੇ ਨਾਲ ਨਾਲ ਬੱਚਿਆਂ ਨੂੰ ਵਿਦਿਆ ਦੇ ਅਦਾਰੇ ਦੇ ਵਿੱਚ ਅੱਗੇ ਵਧਾਉਣ ਦੇ ਵਾਸਤੇ ਤਖਤ ਸਾਹਿਬ ਵੱਲੋਂ 40 ਕਰੋੜ ਦੀ ਮਾਇਆ ਖਰਚ ਕਰਕੇ ਆਲੀਸ਼ਾਨ ਸਕੂਲ ਬਣਾਇਆ ਜਾਵੇਗਾ। ਪੂਰੀ ਇਹਦੀ ਲਾਗਤ ਜੇ ਆਪਾਂ ਟੋਟਲ ਕਰਦੇ ਹਾਂ 150 ਕਰੋੜ ਦੀ ਬਣਦੀ ਹੈ। ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਦਸਵੰਧ ਦੀ ਮਾਇਆ, ਸੇਵਾ ਦੀ ਮਾਇਆ ਤਖਤ ਸਾਹਿਬ ਜੀ ਦੇ ਵੈਬਸਾਈਟ ਤੇ ਉੱਤੇ ਜਾ ਕਰਕੇ ਪੂਰੀ ਇਹਦੀ ਜਾਣਕਾਰੀ ਦਿੱਤੀ ਗਈ ਹੈ। ਸੰਬੰਧਿਤ ਅਧਿਕਾਰੀ ਦੇ ਨਾਲ ਸੰਪਰਕ ਕਰਕੇ ਆਪਣੀ ਜੋ ਮਾਇਆ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ, हे पूरन हे सर्ब मैं दुख भंजन गुण तास। हे संगी हे निरंकार, हे निर्गुण सब टेका। हे गोबिंद हे गुण निधान, जां कै सदा विवेक। हे अपरंपर हर हरे, है पी होवनहार। हे संतां कै सदा संग, निधारा आधार। हे ठाकुर हों दासरो, मैं निर्गुण गुण नहीं कोय। नानक दीजै नाम दान, राखों हियै परोए। आए प्रभ शरणागति, कृपा निध दयाल।
ਏਕ ਅਖਰ ਹਰ ਮਨ ਬਸਤਾ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ। ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਮਾਣ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ